ਰਹੇ ਸੀ। ਇਸ ਵੇਲੇ ਆਪਾਂ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਦੀ ਜੋ ਕਥਾ ਹੈ ਉਸ ਨੂੰ ਸਰਵਣ ਕਰਦੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ ਕਿ ਸਤਿਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ। ਇੱਥੇ ਇੱਕ ਮਦਾਰੀ ਰਿੱਛ ਲੈ ਕੇ, ਜੋ ਇਸ ਦਾ ਪਾਲਤੂ ਰਿੱਛ ਹੈ, ਲੈ ਕੇ ਆਇਆ। ਇਹ ਰਿੱਛ ਬਹੁਤ ਵੱਡੇ ਸਰੀਰ ਦੇ ਆਕਾਰ ਵਾਲਾ ਹੈ, ਭੂਰਾ ਇਸ ਦਾ ਰੰਗ ਹੈ, ਬੜੇ ਇਸ ਦੇ ਸਰੀਰ ਦੇ ਉੱਪਰ ਸੰਘਣੇ ਬਾਲ ਨੇ। ਜਿਵੇਂ ਜਿਵੇਂ ਇਹ ਕਲੰਦਰ ਮਦਾਰੀ ਸੋਟੀ ਦਿਖਾਉਂਦਾ ਹੈ, ਉਵੇਂ ਉਵੇਂ ਇਹ ਆਪਣੇ ਸਰੀਰ ਦੇ ਬਲ ਨੂੰ ਹੋਰ ਜ਼ਿਆਦਾ ਵਿਖਾਉਣ ਵਾਸਤੇ ਇਹ ਰਿੱਛ ਕਈ ਤਰ੍ਹਾਂ ਦੇ ਕਰਤੱਵ ਕਰਦਾ ਪਿਆ। ਇਹ ਬਚਨ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅਗਲਾ ਇਤਿਹਾਸ ਸਰਵਣ ਕਰੀਏ। ਸੋ ਨਾਲ ਇੱਕ ਬੇਨਤੀ ਵੀ ਹੈ ਕਿ ਅੱਜ ਕਥਾ ਦੀ ਸਮਾਪਤੀ ਤੋਂ ਉਪਰੰਤ ਮਹਾਰਾਜ ਸਾਹਿਬ ਜੀਆਂ ਦੇ ਰੁਮਾਲਾ ਸਾਹਿਬ ਦੀ ਸਾਰੀ ਸੇਵਾ ਹੋਵੇਗੀ, ਕਿਉਂਕਿ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਉਹ ਵੀ ਸੇਵਾਵਾਂ ਆਪਾਂ ਮਿਲ ਕੇ ਕਰਨੀਆਂ। ਆਓ ਕੁਝ ਸਮੇਂ ਲਈ ਇਤਿਹਾਸ ਨੂੰ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁਸ਼ਤੀ ਲਗੇ ਕਰਨ ਬਲ ਧਰੇ। ਸੋ ਸ੍ਰੀ ਸਤਿਗੁਰ ਕੀ ਦ੍ਰਿਸ਼ਟ ਅਗਾਰੀ ਭਾਈ ਸੰਤੋਖ ਸਿੰਘ ਜੀ ਲਿਖਦੇ ਪਏ, ਕਹਿਣ ਲੱਗੇ ਸਤਿਗੁਰਾਂ ਦੇ ਸਾਹਮਣੇ ਜਦੋਂ ਇਹ ਕਲੰਦਰ, ਇਹ ਮਦਾਰੀ ਨੂੰ ਨਚਾਉਣ ਵਾਲਾ, ਮਦਾਰੀ ਰਿੱਛ ਨੂੰ ਨਚਾਉਣ ਵਾਲਾ ਜਿਹੜਾ ਹੈ, ਜਦੋਂ ਮਹਾਰਾਜ ਜੀਆਂ ਦੇ ਸਾਹਮਣੇ ਲੈ ਕੇ ਆਇਆ ਹੈ, ਲੱਗਿਓ ਦਿਖਾਵਨ ਤਹਿ ਬਲ ਭਾਰੀ। ਕਹਿਣ ਲੱਗੇ ਵੀ ਇਹ ਰਿੱਛ ਆਪਣਾ ਬਲ ਦਿਖਾਉਣ ਲੱਗਾ, ਆਪਣੇ ਸਰੀਰ ਦਾ ਆਕਾਰ ਵੀ ਮੇਰਾ ਸਰੀਰ ਬਹੁਤ ਵੱਡਾ ਹੈ, ਮੇਰੇ ਵਿੱਚ ਬਹੁਤ ਜ਼ਿਆਦਾ ਬਲ ਹੈ। ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਰਿੱਛ ਹੈ ਨਾ, ਮਹਾਰਾਜ ਦੇ ਅੱਗੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ। ਕੁਸ਼ਤੀ ਲਗੇ ਕਰਨ ਬਲ ਧਰੇ। ਕਹਿਣ ਲੱਗੇ ਵੀ ਹੁਣ ਇਹ ਜਿਹੜਾ ਰਿੱਛ ਹੈ ਆਪਣਾ ਬਲ ਵਿਖਾਉਣ ਵਾਸਤੇ ਕੁਸ਼ਤੀ ਕਰਦਾ। ਮਦਾਰੀ ਦੇ ਨਾਲ ਜਿਹੜਾ ਆਇਆ ਨਾ ਕਲੰਦਰ, ਇਹਨੂੰ ਲੈ ਕੇ ਉਹ ਇੱਕ ਦੂਜੇ ਨਾਲ ਇਹ ਕੁਸ਼ਤੀ ਕਰਕੇ ਵਿਖਾਉਂਦੇ, ਆਪਣੇ ਬਲ ਨੂੰ ਕਰਕੇ ਦਿਖਾਉਂਦੇ ਹਨ। ਕਦੇ ਉੱਪਰ ਹੋਵੇ ਕਬ ਤਰੇ। ਤੇ ਕਦੇ ਰਿੱਛ ਉੱਪਰ ਚੜ ਜਾਂਦਾ ਇਸ ਮਦਾਰੀ ਦੇ, ਤੇ ਕਦੇ ਮਦਾਰੀ ਜਿਹੜਾ ਛਾਲ ਮਾਰ ਕੇ ਰਿੱਛ ਦੇ ਉੱਪਰ ਚੜ ਜਾਂਦਾ। ਇਹ ਐਸਾ ਇੱਕ ਖੇਲ ਕਰਕੇ ਵਿਖਾਉਂਦੇ ਪਏ ਵੀ ਮਹਾਰਾਜ ਖੁਸ਼ ਹੋ ਜਾਣ ਸਾਡੀ ਖੇਡ ਵੇਖ ਕੇ। ਕਹਿੰਦੇ ਇਸ ਤਰ੍ਹਾਂ ਇਹ ਰਿੱਛ ਤੇ ਰਿੱਛ ਨੂੰ ਨਚਾਉਣ ਵਾਲਾ ਮਦਾਰੀ ਆਪਸ ਵਿੱਚ ਇੱਕ ਦੂਜੇ ਨੂੰ ਖੇਡ ਕਰਕੇ ਦਿਖਾਉਂਦੇ ਹਨ। ਤੇ ਉਤ ਫਿਰਤ ਬੀਤ ਮੈਦਾਨ। ਤੇ ਕਹਿਣ ਲੱਗੇ ਮੈਦਾਨ ਦੇ ਵਿੱਚ ਬੜਾ ਖੁੱਲੀ ਜਗ੍ਹਾ, ਜਿੱਥੇ ਮਹਾਰਾਜ ਬੈਠੇ ਨਾ ਗੱਦੀ ਦੇ ਉੱਪਰ, ਸਿੰਘਾਸਨ ਦੇ ਉੱਪਰ, ਚਾਰ ਚਫੇਰੇ ਬੇਅੰਤ ਸੰਗਤਾਂ ਬੈਠੀਆਂ ਹੋਈਆਂ, ਵਿਚਕਾਰ ਖੁੱਲੀ ਜਗ੍ਹਾ ਹੈ। ਤੇ ਉਸ ਖੁੱਲੇ ਮੈਦਾਨ ਦੇ ਵਿੱਚ ਇਹ ਜਿਹੜਾ ਰਿੱਛ ਹੈ ਆਪਣੇ ਕਰਤੱਵ ਕਰਕੇ ਦਿਖਾਉਂਦਾ ਹੈ। ਵੱਡੇ ਸ਼ਬਦ ਕੋ ਕਰਤ ਭਿਆਨ। ਤੇ ਕਦੇ ਕਦੇ ਆਪਦੇ ਮੂੰਹ ਦੇ ਵਿੱਚੋਂ ਇਹ ਰਿੱਛ ਬੋਲਦਾ ਵੀ ਹੈ, ਬੜੀ ਭਿਆਨਕ ਆਵਾਜ਼ ਜਦੋਂ ਬੋਲਦਾ, ਬੜੀ ਡਰਾਉਣੀ ਆਵਾਜ਼ ਇਹਦੇ ਮੂੰਹ ਵਿੱਚੋਂ ਨਿਕਲਦੀ ਹੈ। ਜਿਹੜਾ ਸੁਣਦਾ ਉਹ ਡਰ ਜਾਂਦਾ, ਬੜੀ ਭਿਆਨਕ ਆਵਾਜ਼ ਮੂੰਹ ਵਿੱਚੋਂ ਨਿਕਾਲਦਾ ਹੈ। ਦੋਹੇ ਪੱਗ ਪਰ ਭਾਲਕ ਹੋਏ ਖਰੋ। ਤੇ ਕਦੇ ਕਦੇ ਇਹ ਜਿਹੜਾ ਰਿੱਛ ਹੈ ਨਾ ਆਪਣੇ ਪਿਛਲੇ ਦੋ ਪੈਰਾਂ ਤੇ ਖੜਾ ਹੋ ਜਾਂਦਾ ਹੈ ਤੇ ਅਗਲੇ ਪੈਰ ਉੱਪਰ ਨੂੰ ਚੁੱਕ ਲੈਂਦਾ, ਜਿਵੇਂ ਬੰਦਾ ਖੜਾ ਹੁੰਦਾ ਨਾ ਆਦਮੀ ਦੇ ਵਾਂਗ ਆਪਣੇ ਪੈਰ ਉੱਪਰ ਨੂੰ ਚੁੱਕ ਕੇ ਖੜਾ ਹੁੰਦਾ, ਪਿਛਲੇ ਪੈਰਾਂ ਦੇ ਉੱਪਰ ਇਸ ਤਰ੍ਹਾਂ ਆਪਣੇ ਬਲ ਨੂੰ ਦਿਖਾਉਂਦਾ ਹੈ। ਆਪਸ ਵਿਖੇ ਅੰਕ ਲੈ ਭਰੋ। ਤੇ ਕਹਿਣ ਲੱਗੇ ਆਪਸ ਵਿੱਚ ਇੱਕ ਦੂਜੇ ਨੂੰ ਜੱਫੀ ਪਾ ਲੈਂਦੇ। ਕਦੇ ਇਹ ਜਿਹੜਾ ਰਿੱਛ ਹੈ ਮਦਾਰੀ ਨੂੰ ਜੱਫੀ ਪਾ ਲੈਂਦਾ, ਕਦੇ ਮਦਾਰੀ ਜਾ ਕੇ ਰਿੱਛ ਨੂੰ ਜੱਫੀ ਪਾ ਲੈਂਦਾ। ਰਿੱਛ ਨੂੰ ਨੱਥ ਮਾਰੀ ਹੋਈ ਹੈ, ਨੱਥ ਮਾਰ ਕੇ ਉਸਨੇ ਆਪਣੇ ਵੱਸ ਵਿੱਚ ਕੀਤਾ, ਪਾਲਤੂ ਪਾਲਿਆ ਹੋਇਆ। ਇਹ ਰਿੱਛ ਆਕਾਰ ਵੱਡਾ ਹੈ। ਇਹ ਦੋਨੇ ਜਾਣੇ ਮਹਾਰਾਜ ਨੂੰ ਇਸ ਤਰ੍ਹਾਂ ਇਹ ਕੁਸ਼ਤੀ ਕਰਕੇ ਮਹਾਰਾਜ ਨੂੰ ਦਿਖਾਉਂਦੇ ਹਨ। ਇਸ ਪ੍ਰਕਾਰ ਬਹੁ ਘੋਲ ਦਿਖਾਏ। ਕਹਿੰਦੇ ਮਹਾਰਾਜ ਬੈਠੇ ਹੋਏ ਤੇ ਇਹ ਰਿੱਛ ਜਿਹੜਾ ਮਹਾਰਾਜ ਨੂੰ ਤੇ ਉਹ ਮਦਾਰੀ ਜਿਹੜਾ ਇੱਕ ਦੂਜੇ ਨਾਲ ਘੋਲ ਕਰਕੇ ਕੁਸ਼ਤੀ ਕਰਕੇ ਮਹਾਰਾਜ ਨੂੰ ਬੜਾ ਚਿਰ, ਬੜਾ ਟਾਈਮ ਦਿਖਾਉਂਦੇ ਰਹੇ ਹਨ। ਸਿੱਖ ਬਿਲੋਕਤ ਕਹਿਤ ਸੁਣਾਇਓ। ਤੇ ਕਹਿਣ ਲੱਗੇ ਸਿੱਖ ਵੇਖਦੇ ਪਏ, ਬੇਅੰਤ ਸੰਗਤਾਂ ਵੇਖਦੀਆਂ ਪਈਆਂ ਵੀ ਰਿੱਛ ਨੱਚਦਾ ਪਿਆ, ਕਦੇ ਕੁਸ਼ਤੀ ਕਰਦਾ, ਵੇਖਦੇ ਪਏ। ਕਹਿਣ ਲੱਗੇ ਵੀ ਉਸ ਵੇਲੇ ਇੱਕ ਸਿੱਖ ਜਿਹੜਾ ਹੈ ਨਾ ਉਹ ਬੋਲ ਕੇ ਫਿਰ ਇਸ ਤਰ੍ਹਾਂ ਕਹਿਣ ਲੱਗਾ ਹੈ, ਇਸ ਭਾਲਕ ਕੋ ਵੱਡੋ ਆਕਾਰਾ। ਕਹਿਣ ਲੱਗਾ ਮਹਾਰਾਜ ਵੀ ਆਹ ਵੇਖੋ ਕਿੱਡਾ ਵੱਡਾ ਇਹ ਰਿੱਛ ਹੈ, ਇਹਦੇ ਸਰੀਰ ਦਾ ਆਕਾਰ ਵੀ ਬੜਾ ਵੱਡਾ ਹੈ।
ਇਹਦੇ ਵਿੱਚ ਬਲ ਵੀ ਬਹੁਤਾ ਜ਼ਿਆਦਾ, ਬੜੇ ਤਗੜੇ ਸਰੀਰ ਦਾ ਇਹ ਰਿਛ ਹੈ। ਇੱਕ ਸਿੱਖ ਨੇ ਬੋਲ ਕੇ ਇਸ ਤਰ੍ਹਾਂ ਆਖਿਆ ਹੈ, ਨੈ ਅਸਪੂਰਵ ਕਵੈ ਨਿਹਾਰਾ। ਇਸ ਤਰ੍ਹਾਂ ਦਾ ਮੈਂ ਰਿਛ ਕਦੇ ਨਹੀਂ ਵੇਖਿਆ। ਆਪਣੀ ਜ਼ਿੰਦਗੀ ਵਿੱਚ ਰਿਛ ਤੇ ਮੈਂ ਕਈ ਦੇਖੇ, ਸਿੱਖ ਕਹਿ ਰਿਹਾ, ਪਰ ਮਹਾਰਾਜ ਇਹੋ ਜਿਹਾ ਮੈਂ ਨਹੀਂ ਜੇ ਵੇਖਿਆ। ਇੰਨਾ ਵੱਡਾ, ਐਡੇ ਤਗੜੇ ਸਰੀਰ ਦਾ, ਇਸ ਤਰ੍ਹਾਂ ਦਾ ਡਰਾਉਣਾ ਰਿਛ ਮੈਂ ਜ਼ਿੰਦਗੀ ਵਿੱਚ ਨਹੀਂ ਵੇਖਿਆ। ਇੱਕ ਸਿੱਖ ਨੇ ਮਹਾਰਾਜ ਨੂੰ ਆਖਿਆ ਹੈ। ਚਮਰਦਾਰ ਕੀਰਤੀਆ ਨਾਮ। ਕਹਿਣ ਲੱਗੇ ਮਹਾਰਾਜ ਦੇ ਸੀਸ ਦੇ ਉੱਪਰ ਉਸ ਵੇਲੇ ਚੌਰ ਹੋ ਰਿਹਾ ਸੀ। ਜਦੋਂ ਇਹ ਗੱਲ ਆਖੀ ਨਾ ਵੀ ਇਹੋ ਜਿਹਾ ਰਿਛ ਨਹੀਂ ਦੇਖਿਆ, ਇੱਕ ਸਿੱਖ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਕਰਦਾ ਪਿਆ। ਨਾਮ ਹੈ ਭਾਈ ਕੀਰਤੀਆ, ਇਹ ਸਿੱਖ ਦਾ ਨਾਮ ਸੀ। ਸਿੱਖ ਦਾ ਨਾਮ ਕੀ ਹੈ? ਭਾਈ ਕੀਰਤੀਆ। ਇਹ ਕੀਰਤੀਆ ਨਾਮ ਦਾ ਸਿੱਖ ਧੰਨ ਦਸਵੇਂ ਗੁਰੂ ਸਾਹਿਬ ਮਹਾਰਾਜ ਦੇ ਸੀਸ ਦੇ ਉੱਪਰ ਕਹਿਣ ਲੱਗੇ ਉਸ ਵੇਲੇ ਚੌਰ ਸਾਹਿਬ ਦੀ ਸੇਵਾ ਕਰਦਾ ਪਿਆ। ਜਦੋਂ ਇਹ ਵੱਡਾ ਰਿਛ ਮਹਾਰਾਜ ਦੇ ਸਾਹਮਣੇ ਆਪਣੇ ਕਰਤੱਵ ਕਰਕੇ ਦਿਖਾਉਂਦਾ ਹੈ, ਠਾਂਡੋ ਚੌਰ ਕਰਤ ਅਵਿਰਾਮ। ਤੇ ਮਹਾਰਾਜ ਜੀਆਂ ਦੇ ਕੋਲ ਖਲੋਤਾ ਸਤਿਗੁਰੂ ਬੈਠੇ ਸਨ ਸਿੰਘਾਸਣ ਦੇ ਉੱਪਰ। ਇਹ ਚੌਰ ਕਰਨ ਵਾਲਾ ਸਿੱਖ ਮਹਾਰਾਜ ਦੇ ਪਿੱਛੇ ਖਲੋਤਾ ਹੋਇਆ ਤੇ ਖੜ ਕੇ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਦਾ ਹੋਰ ਹੈ। ਸਬਰ ਬਰਸ ਆਰਬਲ ਜਾਏ। ਇਹਦੀ ਕਹਿਣ ਲੱਗੇ ਵੀ 16 ਸਾਲ ਦੀ ਉਮਰ ਸੀ ਉਸ ਵੇਲੇ ਜਦੋਂ ਇਹ ਰਿਛ ਆਇਆ ਨਾ ਨੱਚਣ ਮਹਾਰਾਜ ਦੇ ਸਾਹਮਣੇ ਕਰਤੱਵ ਵਿਖਾਉਣ ਵਾਸਤੇ। ਤੇ ਭਾਈ ਕੀਰਤੀਆ ਜਿਹੜਾ ਚੌਰ ਦੀ ਸੇਵਾ ਕਰਦਾ ਹੈ, ਭਾਈ ਸਾਹਿਬ ਜੀ ਕਹਿੰਦੇ 16 ਸਾਲ ਦੀ ਉਮਰ, ਚੜ੍ਹਦੀ ਜਵਾਨੀ ਉਮਰਾਂ ਦੇ ਵਿੱਚ ਇਹਨੇ ਪੈਰ ਰੱਖਿਆ ਉਸ ਵੇਲੇ ਜਦੋਂ ਇਹ ਮਹਾਰਾਜ ਦੇ ਉੱਪਰ ਸੀਸ ਦੇ ਉੱਪਰ ਚੌਰ ਦੀ ਸੇਵਾ ਕਰਦਾ ਹੈ। ਪਾਲਕ ਪਿਖਤ ਹਰਕ ਉਰਮਾਹੇ। ਕਹਿਣ ਲੱਗੇ ਜਦੋਂ ਇਹ ਰਿਛ ਨੱਚਿਆ ਨਾ, ਉੱਚਾ ਨੱਚ ਕੇ ਵਿਖਾਉਂਦਾ ਹੈ, ਤੇ ਇਹ ਭਾਈ ਕੀਰਤੀਆ ਹੱਸ ਪਿਆ ਵੇਖ ਕੇ ਵੀ ਇਸ ਤਰ੍ਹਾਂ ਦਾ ਰਿਛ ਨਹੀਂ ਜ਼ਿੰਦਗੀ ਵਿੱਚ ਵੇਖਿਆ ਤੇ ਇਹੋ ਜਿਹਾ ਕਦੇ ਕਰਤੱਵ ਨਹੀਂ ਵੇਖੇ। ਭਾਈ ਕੀਰਤੀਆ ਨਾਲੇ ਤੇ ਚੌਰ ਕਰਦਾ ਪਿਆ, ਨਾਲੇ ਹੱਸ ਪਿਆ, ਖੁਸ਼ ਹੋਇਆ ਕਿ ਇਸ ਤਰ੍ਹਾਂ ਦਾ ਰਿਛ ਕਦੇ ਦੇਖਿਆ ਨਹੀਂ ਕਹਿਤ ਹੈ। ਭਇਓ ਦੀਰਘ ਇਸ ਦੇ। ਤੇ ਨਾਲ ਹੀ ਆਖਿਆ, ਕਹਿਣ ਲੱਗਾ ਮਹਾਰਾਜ ਵੀ ਇਹਦਾ ਸਰੀਰ ਬੜਾ ਵੱਡਾ। ਪਹਿਲਾਂ ਤੇ ਹੱਸਿਆ, ਫਿਰ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਸਾਹਿਬ ਜੀ ਵੀ ਇਹ ਰਿਛ ਦਾ ਸਰੀਰ ਦਾ ਆਕਾਰ ਬੜਾ ਵੱਡਾ, ਕਾਰਨ ਕੀ ਹੈ? ਏਡੇ ਵੱਡੇ ਸਰੀਰ ਦਾ ਮਾਲਕ ਕਿਵੇਂ ਹੈ? ਕਿਮ ਗਹਿਲੀਨਸ ਇਹ ਦੁਖ ਦੇਹ। ਤੇ ਮਹਾਰਾਜ ਸਾਹਿਬ ਜੀਓ ਇਹ ਬੰਦੇ ਨੇ ਕਿਵੇਂ ਫੜ ਲਿਆ? ਮਦਾਰੀ ਨੇ ਇਹ ਰਿਛ ਫੜਿਆ ਕਿਵੇਂ ਹੈ? ਐਡਾ ਵੱਡਾ ਰਿਛ ਕਾਬੂ ਕਰਨਾ ਸੌਖਾ ਨਹੀਂ ਹੈ। ਭਾਈ ਕੀਰਤੀਆ ਨਾਲੇ ਤੇ ਚੌਰ ਕਰਦੇ ਪਏ, ਨਾਲੇ ਮਹਾਰਾਜ ਤੋਂ ਪੁੱਛਿਆ, ਮਹਾਰਾਜ ਐਡਾ ਵੱਡਾ ਰਿਛ ਇਸ ਵਿਅਕਤੀ ਨੇ ਕਾਬੂ ਕਿਵੇਂ ਕੀਤਾ, ਕਿਵੇਂ ਪਕੜਿਆ? ਇਹ ਤੇ ਪਕੜਿਆ ਨਹੀਂ ਜਾ ਸਕਦਾ, ਵਸ ਨਹੀਂ ਕੀਤਾ ਜਾ ਸਕਦਾ ਹੈ। ਉਹ ਅੱਗ ਕਰ ਐਸੀ ਗਤ ਹੋਈ। ਇਸ ਨੇ ਫਿਰ ਪੁੱਛ ਹੀ ਲਿਆ, ਅਗਲਾ ਸਵਾਲ ਵੀ ਕੀਤਾ, ਪਹਿਲੇ ਸਵਾਲ ਦਾ ਤੇ ਜਵਾਬ ਨਹੀਂ ਮਿਲਿਆ। ਮਹਾਰਾਜ ਇਸ ਰਿਛ ਨੇ ਕਿਹੜਾ ਇਹੋ ਜਿਹਾ ਪਾਪ ਕੀਤਾ ਹੋਵੇਗਾ ਜਿਹੜਾ ਐਡਾ ਵੱਡਾ ਸਰੀਰ ਮਿਲਿਆ? ਦੋ ਸਵਾਲ ਨੇ ਨਾ। ਪਹਿਲਾ ਸਵਾਲ ਇਹ ਸੀ ਵੀ ਮਹਾਰਾਜ ਕਿਹੜਾ ਇਹਨੇ ਪਾਪ ਕੀਤਾ ਹੈ ਜੋ ਇਹਨੂੰ ਰਿਛ ਦਾ ਸਰੀਰ ਮਿਲਿਆ, ਤੇ ਮਹਾਰਾਜ ਕਿਹੜਾ ਇਹਨੇ ਕਰਮ ਕੀਤਾ ਵੀ ਸਰੀਰ ਏਡਾ ਵੱਡਾ ਮਿਲਿਆ? ਆਪ ਜੀ ਤੇ ਜਾਣੀ ਜਾਣ ਹੋ ਨਾ, ਕਿਰਪਾ ਕਰਕੇ ਦੱਸੋ ਇਹ ਰਿਛ ਕਿਵੇਂ ਬਣਿਆ ਹੈ? ਸ਼੍ਰੀ ਸਤਿਗੁਰ ਬਿਨ ਲਖੈ ਨਾ ਕੋਈ। ਮਹਾਰਾਜ ਜੀ ਤੁਹਾਡੇ ਬਿਨਾ ਕੋਈ ਜਾਣਦਾ ਨਹੀਂ, ਅਸੀਂ ਤੇ ਆਮ ਸੰਸਾਰੀ ਲੋਕ ਆ, ਸਾਨੂੰ ਕੀ ਪਤਾ ਵੀ ਰਿਛ ਕਦੋਂ ਬਣਿਆ, ਕਿਵੇਂ ਬਣਿਆ? ਪਰ ਮਹਾਰਾਜ ਤੁਸੀਂ ਤੇ ਅੰਤਰਜਾਮੀ ਹੋ ਨਾ, ਆਉਣ ਵਾਲਾ ਸਮਾਂ ਵੀ ਜਾਣਦੇ, ਪਿਛਲਾ ਸਮਾਂ ਵੀ ਜਾਣਦੇ। ਸਤਿਗੁਰੂ ਤੁਹਾਡੇ ਬਿਨਾ ਕੋਈ ਨਹੀਂ ਜਾਣ ਸਕਦਾ, ਨਾ ਕੋਈ ਦੱਸ ਸਕਦਾ ਵੀ ਇਹ ਰਿਛ ਕਿਉਂ ਬਣਿਆ ਹੈ। ਸਭ ਸਿੱਖਣ ਮੈਂ ਕਰਨਾ ਸਾਗਰ। ਮਹਾਰਾਜ ਜੀਓ ਆਪ ਜੀ ਕਿਰਪਾ ਦੇ ਸਮੁੰਦਰ ਹੋ, ਕਿਰਪਾ ਕਰਕੇ ਦੱਸੋ। ਆਪ ਜੀ ਕਿਰਪਾ ਦੇ ਸਮੁੰਦਰ ਹੋ, ਮਹਾਰਾਜ ਕਿਰਪਾ ਕਰਕੇ ਦੱਸੋ। ਕਹਿਣ ਲੱਗੇ ਜਦੋਂ ਬੇਨਤੀ ਕੀਤੀ ਨਾ ਭਾਈ ਕੀਰਤੀਆ ਜੀ ਨੇ, ਤੇ ਸਤਿਗੁਰੂ ਫਿਰ ਕਹਿਣ ਲੱਗੇ, ਅੱਛਾ ਭਾਈ ਕੀਰਤੀਆ ਤੇਰੇ ਸਵਾਲ ਦਾ ਜਵਾਬ ਦਈਏ। ਮਹਾਰਾਜ ਕਿਰਪਾ ਦੇ ਘਰ ਰਹਿਮਤਾਂ ਦੇ ਸਾਗਰ ਪਾਤਸ਼ਾਹ ਜੀ ਫਿਰ ਉਸ ਵੇਲੇ ਅਬ ਮੁਸਕਾਵਤ ਕਹਿਓ ਉਜਾਗਰ। ਸਤਿਗੁਰੂ ਸਵਾਲ ਸੁਣ ਕੇ ਹੱਸ ਪਏ। ਉਹਦਾ ਸਵਾਲ ਸੀ ਨਾ ਵੀ ਇਹ ਰਿਛ ਕਿਉਂ ਬਣਿਆ, ਦੂਜਾ ਸਵਾਲ ਇਹ ਸੀ ਵੀ ਇਹਦਾ ਸਰੀਰ ਏਡਾ ਵੱਡਾ ਕਿਉਂ ਹੈ। ਮਹਾਰਾਜ ਸਵਾਲ ਸੁਣ ਕੇ ਹੱਸੇ ਔਰ ਸਾਰਿਆਂ ਨੂੰ ਸੁਣਾ ਕੇ ਮਹਾਰਾਜ ਨੇ, ਜਿੰਨੀ ਸੰਗਤ ਬੈਠੀ ਹੈ ਨਾ, ਸਾਰਿਆਂ ਨੂੰ ਸੁਣਾ ਕੇ ਮਹਾਰਾਜ ਕਹਿਣ ਲੱਗੇ ਹਨ, ਓ ਕੀਰਤੀਆ ਉਰ ਲਖ ਆਪ। ਮਹਾਰਾਜ ਕਹਿਣ ਲੱਗੇ, ਉਹ ਭਾਈ ਕੀਰਤੀਆ ਸਵਾਲ ਤੂੰ ਕੀਤਾ ਹੈ, ਮਹਾਰਾਜ ਇਹ ਰਿਛ ਕਿਵੇਂ ਬਣਿਆ? ਸਵਾਲ ਤੂੰ ਕੀਤਾ, ਮਹਾਰਾਜ ਇਹਦਾ ਸਰੀਰ ਵੱਡਾ ਕਿਉਂ ਹੈ? ਜੇ ਇਹ ਜਾਣਨਾ ਚਾਹੁੰਦਾ ਹੈ ਵੀ ਇਹਦਾ ਪਿਛਲਾ ਜਨਮ ਕੀ ਹੈ, ਤੇ ਕਹਿਣ ਲੱਗੇ ਫਿਰ ਸੁਣਨਾ ਕਰ। ਪ੍ਰਥਮ ਜਨਮ ਮੈਂ ਇਹ ਤੁਭ ਬਾਪ। ਮਹਾਰਾਜ ਕਹਿਣ ਲੱਗੇ ਭਾਈ ਕੀਰਤੀਆ ਤੇਰਾ ਪਿਤਾ ਹੈ ਜਿਹਦੇ ਬਾਰੇ ਤੂੰ ਪੁੱਛਦਾ ਪਿਆ ਨਾ ਵੀ ਇਹਦਾ ਸਰੀਰ ਏਡਾ ਵੱਡਾ ਕਿਉਂ ਹੈ ਤੇ ਰਿਛ ਕਿੱਥੋਂ ਬਣਿਆ, ਕਹਿੰਦੇ ਤੇਰਾ ਹੀ ਬਾਪ ਹੈ, ਪਿਛਲੇ ਜਨਮ ਦੇ ਵਿੱਚ ਇਹ ਤੇਰਾ ਬਾਪ ਸੀ।
ਤੇਰੇ ਪਿਤਾ ਦਾ ਸਰੀਰ ਜਿਹੜਾ ਤੂੰ ਸੰਸਕਾਰਿਆ ਹੋਵੇਗਾ, ਇਹ ਪਹਿਲਾ ਜਨਮੇ ਦਾ ਉਹ ਹੈ, ਉਥੋਂ ਮਰ ਕੇ ਤੇ ਫਿਰ ਇਹ ਰਿਸ਼ ਦੀ ਜੂਨੀ ਵਿੱਚ ਪਿਆ ਹੈ। ਤੂੰ ਸਵਾਲ ਕੀਤਾ ਨਾ ਵੀ ਮਹਾਰਾਜ ਇਹ ਕੌਣ ਹੈ, ਤੇਰੇ ਸਵਾਲ ਦਾ ਜਵਾਬ ਇਹ ਹੈ ਵੀ ਇਹ ਤੇਰਾ ਪਿਤਾ ਹੈ ਪਿਛਲੇ ਜਨਮ ਦਾ। ਤੇ ਨਾਲ ਜਦੋਂ ਇਹ ਮਹਾਰਾਜ ਨੇ ਉੱਤਰ ਉਸ ਵੇਲੇ ਦਿੱਤਾ ਹੈ, ਅੱਗ ਵੱਡ ਭਾਲਕ ਦੇਹ ਭਇਓ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹਨੇ ਪਾਪ ਬੜਾ ਵੱਡਾ ਕੀਤਾ, ਵੱਡਾ ਪਾਪ ਕਰਕੇ ਤੇ ਤਾਂ ਰਿਛ ਦੀ ਜੂਨੀ ਮਿਲੀ ਹੈ। ਜਿੱਡਾ ਵੱਡਾ ਪਾਪ ਹੈ ਉਸ ਮੁਤਾਬਕ ਵੱਡਾ ਸਰੀਰ ਇਹਨੂੰ ਮਿਲ ਗਿਆ ਹੈ। ਇਹਨੇ ਪਾਪ ਕੀਤਾ ਭਾਈ ਕੀਰਤੀਆ, ਤੇਰੇ ਬਾਪ ਨੇ ਪਿਛਲੇ ਜਨਮ ਦੇ ਵਿੱਚ, ਭਾਵੇਂ ਇਹ ਗੁਰੂ ਕਾ ਹੀ ਸਿੱਖ ਸੀ ਉਸ ਵੇਲੇ ਵੀ, ਪਰ ਕਹਿੰਦੇ ਇਹਨੇ ਪਾਪ ਕੀਤਾ ਹੈ। ਕਹਿਓ ਇਨੋ ਕੇ ਬਸੀ ਥਿਓ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹਨੇ ਪਾਪ ਕੀਤਾ, ਇਹ ਰਿਛ ਬਣਿਆ ਤੇ ਇਹਨਾਂ ਬੰਦਿਆਂ ਨੇ ਫੜ ਕੇ ਤੇ ਆਪਣੇ ਵਸ ਵਿੱਚ ਕਰ ਲਿਆ। ਵੇਖ ਨੱਕ ਪਾੜ ਕੇ ਨੱਥ ਪਾਈ ਹੈ, ਆਪਣਾ ਗੁਲਾਮ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ, ਇਹਨਾਂ ਦੇ ਵਸ ਪਿਆ। ਇਹਨੇ ਪਾਪ ਕਰਮ ਕੀਤਾ ਹੈ, ਇਹ ਉਹਦੀ ਸਜ਼ਾ ਭੋਗਦਾ ਪਿਆ ਹੈ। ਕੀਰਤੀਆ ਸਮੇਤ ਸਿੱਖ ਤਹਾਂ। ਕਹਿਣ ਲੱਗੇ ਜਦੋਂ ਭਾਈ ਕੀਰਤੀਆ ਨੇ ਇਹ ਗੱਲ ਸੁਣੀ ਨਾ ਵੀ ਮੇਰਾ ਪਿਤਾ ਰਿਛ ਬਣਿਆ, ਹੈਰਾਨ ਤੇ ਹੋ ਹੀ ਜਾਈਦਾ ਨਾ। ਭਾਵੇਂ ਕਿ ਇਸ ਜਨਮ ਦੇ ਵਿੱਚ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਪਿਛਲੇ ਜਨਮ ਦੇ ਵਿੱਚ ਰਿਸ਼ਤਾ ਹੈ। ਤੇ ਉਹ ਮਹਾਰਾਜ ਨੇ ਆਖਿਆ ਵੀ ਤੇਰਾ ਪਿਤਾ ਹੈ। ਤੇ ਭਾਈ ਕੀਰਤੀਆ ਹੈਰਾਨ ਹੋ ਗਿਆ। ਜਿੰਨੇ ਸਿੱਖ ਉੱਥੇ ਬੈਠੇ ਸੰਗਤ ਵਿੱਚ ਸਾਰੇ ਮੇਲਾ ਵੇਖਦੇ ਪਏ, ਤਮਾਸ਼ਾ ਵੇਖਦੇ ਪਏ, ਸਾਰੇ ਹੈਰਾਨ ਹੋ ਗਏ ਮਹਾਰਾਜ ਨੇ ਇਹ ਗੱਲ ਕਿਉਂ ਕਹੀ ਹੈ, ਇਹ ਰਿਛ ਕਿਵੇਂ ਬਣਿਆ। ਸਾਰੇ ਹੈਰਾਨ ਹੋਏ ਹਨ। ਮਾਨਿਓ ਸੁਣ ਤਾਂ ਅਚੰਭਾ ਮਹਾ। ਸਾਰਿਆਂ ਨੇ ਸੁਣ ਕੇ ਬੜਾ ਅਚੰਭਾ ਮੰਨਿਆ, ਬੜੀ ਹੈਰਾਨੀ ਮੰਨੀ ਵੀ ਇਹ ਕਿਵੇਂ ਹੋ ਸਕਦਾ, ਇਹ ਰਿਛ ਕਿਵੇਂ ਬਣ ਸਕਦਾ ਹੈ। ਹੱਥ ਜੋੜ ਕਰ ਬਿਨਾ ਸੁਣਾਈ। ਉਸ ਵੇਲੇ ਭਾਈ ਕੀਰਤੀਆ ਨੇ ਹੱਥ ਜੋੜ ਲਿਆ। ਜਦੋਂ ਮਹਾਰਾਜ ਨੇ ਆਖਿਆ ਵੀ ਤੇਰਾ ਬਾਪ ਹੈ, ਤੇ ਭਾਈ ਕੀਰਤੀਆ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਸ਼੍ਰੀ ਸਤਿਗੁਰੇ ਕਹਾਂ ਅਲਾਈ। ਮਹਾਰਾਜ ਇਹ ਤੁਸੀਂ ਕੀ ਕਹਿ ਦਿੱਤਾ, ਤੁਸੀਂ ਤੇ ਸੌਖਾ ਹੀ ਕਹਿ ਦਿੱਤਾ ਵੀ ਭਾਈ ਕੀਰਤੀਆ ਤੂੰ ਸਾਡੇ ਸੀਸ ਦੇ ਉੱਪਰ ਚੌਰ ਦੀ ਸੇਵਾ ਕਰਦਾ ਹੈ, ਇਹ ਤੇਰਾ ਬਾਪ ਹੈ। ਮਹਾਰਾਜ ਇਹ ਬਚਨ ਕਹਿਣ ਤੋਂ ਪਹਿਲਾਂ ਆਪ ਜੀ ਨੇ ਸੋਚਿਆ ਕਿਉਂ ਨਹੀਂ, ਇਹ ਤੁਸੀਂ ਮੈਨੂੰ ਇਹ ਗੱਲ ਕਿਉਂ ਕਹੀ ਹੈ, ਮੇਰਾ ਇਹ ਬਾਪ ਕਿਵੇਂ ਹੋ ਸਕਦਾ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਮਹਾਰਾਜ ਮੇਰੇ ਪਿਤਾ ਨੂੰ ਇਹ ਰਿਛ ਦਾ ਜਨਮ ਕਿਵੇਂ ਮਿਲ ਸਕਦਾ, ਬੜੀ ਹੈਰਾਨੀ ਹੈ ਮੇਰੇ ਮਨ ਦੇ ਵਿੱਚ। ਭਾਈ ਕੀਰਤੀਆ ਇਸ ਤਰ੍ਹਾਂ ਆਖਣ ਲੱਗਾ ਹੈ, ਪਿਤਾ ਆਪ ਕੇ ਪਾਸ ਸਦੀਵ। ਇਹਨੇ ਹੁਣ ਗਿਲਾ ਵੀ ਕੀਤਾ, ਗੁੱਸਾ ਵੀ ਕੀਤਾ ਇਸ ਗੱਲ ਦਾ, ਨਾਲ ਆਖਿਆ, ਕਹਿਣ ਲੱਗਾ ਮਹਾਰਾਜ ਮੰਨਿਆ ਕਿ ਮੇਰਾ ਪਿਤਾ ਮਨਮੁਖ ਹੁੰਦਾ, ਵਿਕਾਰੀ ਹੁੰਦਾ ਤੇ ਚਲੋ ਮੈਂ ਮੰਨ ਲੈਂਦਾ ਵੀ ਰਿਛ ਬਣ ਗਿਆ, ਪਰ ਮੇਰਾ ਪਿਤਾ ਤੇ ਮਹਾਰਾਜ ਤੁਹਾਡੇ ਕੋਲ ਰਹਿੰਦਾ ਰਿਹਾ, ਤੁਹਾਡੀ ਸੇਵਾ ਕਰਦਾ ਰਿਹਾ। ਕੀ ਗੱਲ ਤੁਹਾਡੀ ਸੇਵਾ ਕਰਨ ਵਾਲਿਆਂ ਨੂੰ ਵੀ ਰਿਛ ਬਣਨਾ ਪਵੇਗਾ, ਜਿਹੜੇ ਤੁਹਾਡੀ ਸੇਵਾ ਵਿੱਚ ਲੱਗੇ ਰਹੇ, ਕੀ ਗੱਲ ਉਹ ਵੀ ਰਿਛ ਬਣਦੇ, ਫਿਰ ਸੇਵਾ ਕਰਨ ਦਾ ਲਾਭ ਕੀ ਹੋਇਆ। ਮੇਰੇ ਪਿਤਾ ਜੀ ਮਹਾਰਾਜ ਤੁਹਾਡੇ ਘਰ ਦੇ ਵਿੱਚ ਰਹੇ ਹਨ, ਹਮ ਪਿਤਰਹਿਓ ਸੇਵ ਕਰ ਥੀਵ। ਮੇਰਾ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਾ ਰਿਹਾ, ਤੇ ਮਹਾਰਾਜ ਐਸੇ ਗੁਰੂ ਦੀ ਸੇਵਾ ਕਰਕੇ ਤੇ ਤੁਸੀਂ ਆਖਦੇ ਹੋ ਵੀ ਰਿਛ ਬਣਿਆ। ਮੈਨੂੰ ਇਹ ਗੱਲ ਹਜਮ ਨਹੀਂ ਹੁੰਦੀ ਪਈ, ਮੈਨੂੰ ਇਹ ਗੱਲ ਦੇ ਉੱਪਰ ਯਕੀਨ ਨਹੀਂ ਆਉਂਦਾ ਪਿਆ ਵੀ ਇਸ ਤਰ੍ਹਾਂ ਕਿਉਂ ਹੋਇਆ ਹੈ। ਸੰਗਤ ਕੀ ਅਰਦਾਸ ਕਰਨ ਤਾ। ਮਹਾਰਾਜ ਮੇਰਾ ਪਿਤਾ ਤੇ ਸੰਗਤ ਦੀ ਅਰਦਾਸ ਕਰਿਆ ਕਰਦਾ, ਜਦੋਂ ਸੰਗਤ ਆਉਂਦੀ ਸੀ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਵਿੱਚ, ਇਹ ਉਸ ਵੇਲੇ ਅਰਦਾਸ ਕਰਦਾ ਹੈ। ਜੋ ਪ੍ਰਸ਼ਾਦ ਹੋਏ ਸੋ ਬਰਤਨ ਤਾ। ਤੇ ਕੀ ਕਰਦਾ ਸੀ ਵੀ ਜਦੋਂ ਪ੍ਰਸ਼ਾਦ ਨੂੰ ਭੋਗ ਲੱਗਣਾ ਤੇ ਇਹਦੀ ਡਿਊਟੀ ਸੀ ਸਿੱਖ ਦੀ ਵੀ ਤੂੰ ਸਾਰਿਆਂ ਨੂੰ ਪ੍ਰਸ਼ਾਦ ਵਰਤਾਉਣਾ ਹੈ। ਜਿਹੜੀ ਸੰਗਤ ਬੈਠੀ ਹੁੰਦੀ ਨਾ ਦੀਵਾਨ ਵਿੱਚ, ਇਹ ਜਿਹੜਾ ਸਿੱਖ ਰਿਛ ਬਣਿਆ ਇਹਦੀ ਮਹਾਰਾਜ ਘਟਨਾ ਦੱਸਣ ਲੱਗੇ। ਇਹ ਉਹਦਾ ਪੁੱਤਰ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਵੀ ਮੇਰਾ ਪਿਤਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਵਿੱਚ ਸੇਵਾਦਾਰ, ਤੇ ਇਹ ਤੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਦਾ, ਐਸੀ ਸੇਵਾ ਇਸਨੇ ਕੀਤੀ ਹੈ। ਰਹਿਤ ਹਜ਼ੂਰ ਕਰਤ ਨਿਤ ਸੇਵਾ। ਇਹ ਤੇ ਸੇਵਾ ਕਰਦਾ ਰਿਹਾ ਮਹਾਰਾਜ ਉਸ ਵੇਲੇ ਸਤਿਗੁਰਾਂ ਦੇ ਕੋਲ ਰਹਿ ਕੇ, ਨੌਵੇਂ ਪਾਤਸ਼ਾਹ ਗੁਰਦੇਵਾ। ਤੇ ਨੌਵੇਂ ਗੁਰੂ ਦੇ ਕੋਲ, ਕਿਉਂਕਿ ਪਤਾ ਹੈ ਨਾ ਪੁੱਤਰ ਨੂੰ ਵੀ ਮੇਰੇ ਪਿਤਾ ਨੇ ਕਿਸ ਗੁਰੂ ਦੀ ਸੇਵਾ ਕੀਤੀ ਹੈ, ਕਦੋਂ ਕੀਤੀ ਹੈ। ਤੇ ਸਿੱਖ ਅੱਗੋਂ ਮਹਾਰਾਜ ਨੂੰ ਕਹਿ ਰਿਹਾ, ਮਹਾਰਾਜ ਮੈਂ ਇਹ ਗੱਲ ਕਿਵੇਂ ਮੰਨਾਂ, ਮੇਰੇ ਪਿਤਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੀ ਸੇਵਾ ਕੀਤੀ, ਸੰਗਤ ਵਿੱਚ ਪ੍ਰਸ਼ਾਦ ਵਰਤਾਇਆ ਕਰਦਾ ਹੈ, ਐਸੀ ਸੇਵਾ ਮੇਰੇ ਪਿਤਾ ਨੇ ਕੀਤੀ ਹੈ। ਕਰੇ ਹਜ਼ਾਰਨ ਕੋ ਕਲਿਆਣਾ। ਤੇ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ, ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੀ ਕਲਿਆਣ ਹੋਈ, ਮੁਕਤੀ ਹੋਈ। ਹਜ਼ਾਰਾਂ ਸਿੱਖ ਜਿਹੜੇ ਨੇ ਮੁਕਤੀ ਲੈ ਕੇ ਤਰੇ ਹਨ। ਕੋ ਸੇਵਤ ਰਹਿਓ ਮਹਾਨਾ। ਤੇ ਇਸ ਤਰ੍ਹਾਂ ਇਹ ਸੇਵਾ ਕਰਦੇ ਰਹੇ ਗੁਰੂ ਘਰ ਦੇ ਵਿੱਚ। ਇਹਨਾਂ ਨੇ ਬੇਅੰਤ ਸੇਵਾਵਾਂ ਕੀਤੀਆਂ, ਮੇਰੇ ਪਿਤਾ ਨੇ
ਗੁਰੂ ਘਰ ਦੇ ਵਿੱਚ ਰਹਿ ਕੇ ਬੜੇ ਤਰ੍ਹਾਂ ਦੀ ਸੇਵਾ ਕੀਤੀ ਹੈ। ਜੇ ਤਿਸ ਕੋ ਐਸੋ ਫਲ ਭਇਓ। ਮਹਾਰਾਜ ਮੈਂ ਇਹ ਗੱਲ ਨਹੀਂ ਮੰਨਦਾ ਵੀ ਸੇਵਾ ਕਰਕੇ ਰਿਛ ਬਣ ਜਾਈਦਾ, ਫਿਰ ਸੇਵਾ ਕਰਨ ਦਾ ਕੀ ਲਾਭ ਹੈ। ਵਿਦਵਾਨਾਂ ਨੇ ਲਿਖਿਆ ਨਾ, ਕਹਿਣ ਲੱਗੇ ਜੰਗਲ ਨੂੰ ਅੱਗ ਲੱਗ ਜਾਵੇ ਤੇ ਭੱਜ ਕੇ ਪਾਣੀ ਵਿੱਚ ਵੜੀਦਾ ਕਿ ਪਾਣੀ ਵਿੱਚ ਵੱਜ ਜਾਵਾਂਗੇ, ਪਰ ਕਹਿੰਦੇ ਜੇ ਪਾਣੀ ਨੂੰ ਵੀ ਅੱਗ ਲੱਗ ਜਾਏ ਤੇ ਫਿਰ ਕੀ ਕਰੋਗੇ, ਫਿਰ ਕਿੱਧਰ ਨੂੰ ਜਾਓਗੇ। ਮਹਾਰਾਜ ਬਾਹਰ ਕੋਈ ਬੰਦਾ ਪਾਪ ਕਰੇ, ਗੁਨਾਹ ਕਰੇ ਤੇ ਉਹ ਗੁਰੂ ਕੋਲੋਂ ਆ ਕੇ ਬਖਸ਼ਾ ਲੈਂਦਾ, ਪਰ ਜੇ ਗੁਰੂ ਕੋਲ ਹੀ ਆ ਕੇ ਰਿਛ ਬਣ ਜਾਣਾ ਸੇਵਾ ਕਰਕੇ ਤੇ ਫਿਰ ਸਿੱਖ ਮਹਾਰਾਜ ਜਾਵੇ ਤੇ ਜਾਵੇ ਕਿੱਥੇ। ਇਹ ਗੱਲ ਦਾ ਮੇਰੇ ਮਨ ਵਿੱਚ ਬੜਾ ਇਹ ਵਹਿਮ ਪੈਦਾ ਹੋ ਗਿਆ, ਸੰਸਾ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ। ਕੀ ਗੱਲ ਤੁਹਾਡੇ ਘਰ ਦੀ ਸੇਵਾ ਕਰਕੇ ਰਿਛ ਬਣੀਦਾ, ਇਹ ਮੇਰੇ ਮਨ ਦਾ ਸਵਾਲ ਹੈ। ਮਾਨੁਖ ਤਨ ਤੇ ਭਾਲ ਕਿੱਥਿਓ। ਮਹਾਰਾਜ ਮੇਰੇ ਪਿਤਾ ਨੂੰ ਮਨੁੱਖਾ ਜਨਮ ਪਹਿਲਾਂ ਮਿਲਿਆ ਤੇ ਮਨੁੱਖਾ ਜਨਮ ਤੋਂ ਮਗਰੋਂ ਰਿਛ ਬਣ ਜਾਣਾ, ਇਹ ਗੱਲ ਸਮਝ ਨਹੀਂ ਆਉਂਦੀ ਹੈ। ਪਹਿਲਾ ਮਨੁੱਖਾ ਜਨਮ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੀ ਸੇਵਾ, ਪ੍ਰਸ਼ਾਦ ਵਰਤਾਉਣ ਦੀ ਸੇਵਾ, ਐਡੀ ਵੱਡੀ ਸੇਵਾ ਤੇ ਪ੍ਰਸ਼ਾਦ ਨੂੰ ਭੋਗ ਲੱਗਦਾ ਨਾ ਗੁਰੂ ਪਾਤਸ਼ਾਹ ਦਾ, ਸੇਵਾ ਤੇ ਬੜੀ ਵੱਡੀ ਹੈ। ਕੀ ਗੱਲ ਮਹਾਰਾਜ ਐਡੀ ਵੱਡੀ ਸੇਵਾ ਕਰਕੇ ਰਿਛ ਬਣ ਜਾਣਾ, ਇਹ ਗੱਲ ਮੇਰੇ ਸਮਝ ਵਿੱਚ ਨਹੀਂ ਹੈ। ਇਸ ਗੁਰ ਕੇ ਸਪੂਤ ਹੋ ਆਪ। ਮਹਾਰਾਜ ਉਸੇ ਗੁਰੂ ਦੇ ਸਪੁੱਤਰ ਤੁਸੀਂ ਹੋ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਮੇਰੇ ਪਿਤਾ ਨੇ ਕੀਤੀ ਹੈ, ਤੁਸੀਂ ਆਖਦੇ ਹੋ ਰਿਛ ਬਣ ਗਿਆ ਤੇ ਮਹਾਰਾਜ ਤੁਹਾਡੀ ਸੇਵਾ ਮੈਂ ਕਰਦਾ ਪਿਆ, ਦਾ ਮਤਲਬ ਕੱਲ ਨੂੰ ਮੈਂ ਵੀ ਰਿਛ ਬਣਾਂਗਾ, ਫਿਰ ਸੇਵਾ ਕਰਨ ਦਾ ਲਾਭ ਕੀ ਹੋਇਆ। ਕੋਈ ਲਾਭ ਤੇ ਨਾ ਹੋਇਆ। ਜੇ ਇਹੋ ਜਿਹੀਆਂ ਜੂਨਾਂ ਮਿਲਣੀਆਂ ਤੇ ਫਿਰ ਸੇਵਾ ਕਿਉਂ ਕਰੀਏ, ਲਾਭ ਕਿਉਂ ਨਹੀਂ ਮਿਲਦਾ ਪਿਆ। ਇਹ ਮਨ ਵਿੱਚ ਇਹਦੇ ਰੋਸ ਆ ਗਿਆ ਵੀ ਮਹਾਰਾਜ ਨੇ ਭਰੀ ਜੁੜੀ ਸੰਗਤ ਵਿੱਚ ਇਹ ਗੱਲ ਆਖੀ ਹੈ ਵੀ ਇਹ ਤੇਰਾ ਬਾਪ ਹੈ, ਤੇ ਗੁੱਸਾ ਤੇ ਆ ਹੀ ਜਾਂਦਾ ਨਾ, ਮਨ ਦੇ ਵਿੱਚ ਰੋਸ ਤੇ ਆਉਂਦਾ ਹੀ ਹੈ। ਇਹ ਰੋਸ ਕਰਕੇ ਕਹਿ ਰਿਹਾ, ਕਹਿਣ ਲੱਗਾ ਮਹਾਰਾਜ ਵੀ ਇਹ ਗੱਲ ਕਿਵੇਂ ਹੋ ਸਕਦੀ ਹੈ, ਸੇਵਾ ਕਰਕੇ ਰਿਛ ਕਿਵੇਂ ਬਣ ਜਾਂਦਾ ਹੈ, ਤੇ ਮੈਂ ਵੀ ਤੇ ਤੁਹਾਡੇ ਘਰ ਦੀ ਸੇਵਾ ਕਰਦਾ ਹਾਂ। ਸੇਵਤ ਹੋ ਤੋ ਜਿਨਹੁ ਮਮ ਬਾਪ। ਮਹਾਰਾਜ ਜਿਵੇਂ ਮੈਂ ਤੁਹਾਡੀ ਸੇਵਾ ਕਰਦਾ, ਇਸੇ ਤਰ੍ਹਾਂ ਮੇਰੇ ਪਿਤਾ ਜੀ ਤੁਹਾਡੇ ਪਿਤਾ ਦੀ ਸੇਵਾ ਕਰਦੇ ਹਨ। ਸੋ ਭਾਲਕ ਤਨ ਭਾ ਇਮ ਭਨਿਓ। ਤੇ ਮਹਾਰਾਜ ਤੁਸੀਂ ਆਖਦੇ ਹੋ ਵੀ ਇਹ ਰਿਛ ਬਣਿਆ ਗੁਰੂ ਦੀ ਸੇਵਾ ਕਰਕੇ, ਤੇ ਪਰ ਆਪ ਜੀ ਆਪੇ ਤੇ ਆਖਦੇ ਹੋ ਕਿ ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤੁਹਾਡੀ ਗੁਰਬਾਣੀ ਇਹ ਵੀ ਗੱਲ ਕਹਿੰਦੀ ਹੈ ਕਿ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪੇ ਤੇ ਬਾਣੀ ਵਿੱਚ ਇਹ ਲਿਖਦੇ ਪਏ ਹੋ ਵੀ ਬਾਣੀ ਪੜਨ ਵਾਲਾ ਸੇਵਾ ਕਰਨ ਵਾਲਾ ਮੁਕਤ ਹੋ ਜਾਂਦਾ ਹੈ। ਆਪ ਹੀ ਇਹ ਗੱਲ ਕਹਿੰਦੇ ਪਏ ਹੋ ਵੀ ਸੇਵਾ ਕਰਕੇ ਰਿਛ ਬਣਿਆ। ਮਹਾਰਾਜ ਇਹ ਕਿਵੇਂ ਹੋਇਆ, ਕਿਵੇਂ ਹੋਇਆ, ਇਸ ਗੱਲ ਦੀ ਕੋਈ ਸਮਝ ਨਹੀਂ ਹੈ। ਮੁਝਕੋ ਬੰਦਰ ਚਹੀਤ ਬਨਿਓ। ਮਹਾਰਾਜ ਇਹਨੇ ਫਿਰ ਗੁੱਸੇ ਨਾਲ ਨਾ ਉਲਾਂਭਾ ਦਿੱਤਾ ਮਹਾਰਾਜ ਨੂੰ। ਕੀ ਕਹਿਣ ਲੱਗਾ, ਕਹਿਣ ਲੱਗਾ ਜੀ ਜੇ ਮੇਰੇ ਪਿਤਾ ਨੇ ਸੇਵਾ ਕਰਕੇ ਰਿਛ ਬਣਿਆ, ਇਹਦਾ ਮਤਲਬ ਇਹ ਹੋਇਆ ਕਿ ਮੈਂ ਸੇਵਾ ਕਰਦਾ ਫਿਰ ਮੈਂ ਬਾਂਦਰ ਬਣਾਂਗਾ। ਮਨ ਦੇ ਵਿੱਚ ਰੋਸ ਹੈ, ਰੋਸ ਦੇ ਨਾਲ ਇਹ ਗੱਲ ਕਹੀ ਹੈ। ਕਹਿਣ ਲੱਗਾ ਮੇਰੇ ਪਿਤਾ ਨੇ ਕੀਤੀ ਹੈ ਸੇਵਾ, ਸੇਵਾ ਕਰਕੇ ਬਣ ਗਿਆ ਰਿਛ, ਤੇ ਮਹਾਰਾਜ ਸੇਵਾ ਤੇ ਮੈਂ ਵੀ ਕਰਦਾ ਪਿਆ, ਇਹਦਾ ਮਤਲਬ ਇਹ ਹੋਇਆ ਵੀ ਮੈਂ ਬਾਂਦਰ ਬਣਾਂਗਾ। ਫਿਰ ਜੇ ਸੇਵਾ ਕਰਕੇ ਰਿਛ ਹੀ ਬਣਨਾ ਹੈ ਤੇ ਇਹਦਾ ਮਤਲਬ ਮੈਂ ਤੇ ਬਾਂਦਰ ਹੀ ਬਣਿਆ ਨਾ। ਮਹਾਰਾਜ ਫਿਰ ਫਾਇਦਾ ਕੀ ਹੈ। ਇਸ ਤਰ੍ਹਾਂ ਇਹ ਭਾਈ ਕੀਰਤੀਆ ਨਾ ਰੋਸ ਕਰਕੇ ਮਨ ਵਿੱਚ ਤੇ ਸਤਿਗੁਰਾਂ ਨੂੰ ਕਹਿ ਰਿਹਾ ਮਹਾਰਾਜ ਸੇਵਾ ਕਰਕੇ ਰਿਛ ਤੇ ਬਾਂਦਰ ਬਣੀਦਾ, ਫਿਰ ਸੇਵਾ ਕਿਉਂ ਕਰਨੀ ਹੈ। ਬਰਾਬਰ ਕੀ ਸੇਵਾ ਫਲ ਐਸੇ। ਮਹਾਰਾਜ ਕੀ ਗੱਲ ਤੁਹਾਡੀ ਸੇਵਾ ਦਾ ਫਲ ਇਸ ਤਰ੍ਹਾਂ ਮਿਲਦਾ। ਇੱਕ ਪਾਸੇ ਤੇ ਗੁਰਬਾਣੀ ਕਹਿੰਦੀ ਹੈ ਸੇਵਾ ਕਰੋ ਤੇ ਮੁਕਤੀ ਲਓ। ਮੇਰੇ ਪਿਤਾ ਨੇ ਸੇਵਾ ਕੀਤੀ ਰਿਛ ਬਣਿਆ, ਮੈਂ ਅੱਜ ਸੇਵਾ ਕਰਦਾ ਮੈਂ ਕੱਲ ਨੂੰ ਬਾਂਦਰ ਬਣਾਂਗਾ। ਮਹਾਰਾਜ ਸਾਨੂੰ ਕਿਉਂ ਨਹੀਂ ਮੁਕਤੀ ਮਿਲਦੀ ਪਈ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਇਸ ਤਰ੍ਹਾਂ ਰੋਸ ਦੇ ਨਾਲ ਇਹ ਸਿੱਖ ਸਵਾਲ ਕਰਦਾ ਹੈ। ਮਾਨੁਖ ਲਖੈ ਕਰੇ ਤਬ ਕੈਸੇ। ਮਹਾਰਾਜ ਜੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਗੁਰੂ ਦੀ ਸੇਵਾ ਕਰਕੇ ਬਾਂਦਰ ਬਣੀਦਾ ਰਿਛ ਬਣੀਦਾ, ਤੇ ਫਿਰ ਸੇਵਾ ਤੇ ਕਿਸੇ ਨੇ ਨਹੀਂ ਕਰਨੀ, ਸਾਰੇ ਭੱਜ ਜਾਣਗੇ। ਫਿਰ ਸੇਵਾ ਕਰਨੀ ਕਿਉਂ ਹੈ। ਜੇ ਸੇਵਾ ਕਰਕੇ ਸਰੀਰ ਹੀ ਜਾਨਵਰਾਂ ਦੇ ਮਿਲਣੇ, ਉਹ ਵੀ ਭੈੜੇ ਸਰੀਰ ਮਿਲਣੇ, ਤੇ ਫਿਰ ਸੇਵਾ ਕੌਣ ਕਰੇਗਾ। ਮਹਾਰਾਜ ਇਸ ਤਰ੍ਹਾਂ ਤੇ ਸਾਰੇ ਭੱਜ ਜਾਣਗੇ, ਦੌੜ ਜਾਣਗੇ, ਸੇਵਾ ਕਿਸੇ ਨੇ ਕਰਨੀ ਨਹੀਂ ਹੈ। ਉੱਤਮ ਪਦ ਮੁਕਤੀ ਲਓ ਜੋਏ। ਮਹਾਰਾਜ ਅਸੀਂ ਤੇ ਸੇਵਾ ਤਾਂ ਕਰਦੇ ਵੀ ਸੇਵਾ ਕਰਕੇ ਉੱਤਮ ਪਦਵੀ ਮਿਲੇ। ਉੱਤਮ ਪਦਵੀ ਕਿਹੜੀ ਹੈ, ਕੇਵਲ ਮੋਕਸ਼। ਵਿਦਵਾਨਾਂ ਨੇ 4 ਤਰ੍ਹਾਂ ਦੀਆਂ ਮੁਕਤੀਆਂ ਦਾ ਜ਼ਿਕਰ ਕੀਤਾ ਹੈ, ਪਰ ਸਭ ਤੋਂ ਵੱਡੀ ਮੁਕਤੀ ਜਿਹੜੀ ਹੈ ਉਸ ਨੂੰ ਕੇਵਲ ਮੋਕਸ਼ ਆਖਿਆ ਜਾਂਦਾ। ਤੇ ਇਹ ਮੁਕਤੀ ਜਿਹੜੀ ਹੈ ਸੇਵਾ ਕਰਕੇ ਮਿਲਦੀ ਹੈ। ਮਹਾਰਾਜ ਸੇਵਾ ਤੇ ਤਾਂ ਕਰਦੇ ਵੀ ਮੁਕਤੀ ਮਿਲੇ,
ਤੇ ਜੇ ਮੁਕਤੀ ਨਹੀਂ ਮਿਲਣੀ ਫਿਰ ਸੇਵਾ ਵੀ ਕਿਉਂ ਕਰਨੀ ਹੈ। ਚਾਹਤ ਨਰਸੋ ਸੇਵਕ ਹੋਏ। ਮਹਾਰਾਜ ਆਪ ਜੀ ਦੇ ਸੇਵਕ ਸਿੱਖ ਆਪ ਜੀ ਦੀ ਸੇਵਾ ਕਰਦੇ ਤਾਂ ਕਰਦੇ ਵੀ ਗੁਰੂ ਦੀ ਸੇਵਾ ਕਰਕੇ ਸੁਖੈਨ ਮੁਕਤੀ ਮਿਲਦੀ ਹੈ ਤੇ ਸੇਵਾ ਕਰਨੀ ਸੌਖੀ ਹੈ। ਕਿਉਂਕਿ ਪਹਿਲੇ ਸਮਿਆਂ ਵਿੱਚ ਨਾ ਜਿਹੜੇ ਰਿਸ਼ੀ ਮੁਨੀ ਸਨ ਠੰਡੇ ਪਾਣੀ ਵਿੱਚ ਖੜ ਕੇ ਤਪ ਕਰਦੇ, ਮੰਤਰ ਪੜ੍ਹਦੇ। ਮਹਾਰਾਜ ਨੇ ਆਖਿਆ ਮੰਤਰ ਪੜ੍ਹਨ ਦੀ ਤੇ ਪਾਣੀ ਵਿੱਚ ਖੜਨ ਦੀ ਲੋੜ ਨਹੀਂ। ਸਾਡੀ ਸੰਗਤ ਨੂੰ ਜਦੋਂ ਪ੍ਰਸ਼ਾਦਾ ਛਕਦੀ ਹੈ ਨਾ ਜਲ ਛਕਾਇਆ ਕਰ, ਨਾਲ ਵਾਹਿਗੁਰੂ ਵਾਹਿਗੁਰੂ ਆਖਿਆ ਕਰ, ਤੇਰਾ ਤਾਪ ਹੋ ਗਿਆ, ਤੂੰ ਪ੍ਰਵਾਨ ਹੋ ਗਿਆ। ਮਹਾਰਾਜ ਪਹਿਲੇ ਸਮਿਆਂ ਦੇ ਵਿੱਚ ਰਿਸ਼ੀ ਮੁਨੀ ਜਿਹੜੇ ਸਨ ਅੱਗ ਬਾਲ ਕੇ ਧੂਣੀਆਂ ਤਾ ਕੇ ਕੋਲ ਬੈਠਦੇ, ਆਪਣੇ ਸਰੀਰ ਨੂੰ ਸੇਕ ਦਿੰਦੇ, ਨਾਲ ਮੰਤਰ ਪੜ੍ਹਦੇ। ਕਾਹਦੇ ਵਾਸਤੇ? ਮੁਕਤੀ ਲੈਣ ਵਾਸਤੇ। ਸਤਿਗੁਰੂ ਕਹਿਣ ਲੱਗੇ ਸਿੱਖਾ ਤੈਨੂੰ ਅੱਗ ਬਾਲਣ ਦੀ ਲੋੜ ਨਹੀਂ, ਪ੍ਰਸ਼ਾਦੇ ਬਣਾ ਦਿਆ ਕਰ, ਦਾਲ ਬਣਾ ਦਿਆ ਕਰ, ਲੱਕੜਾਂ ਦੀ ਅੱਗ ਝੋਕ ਦਿਆ ਕਰ, ਲੋਹ ਦੇ ਵਿੱਚ ਗੁਰੂ ਕੇ ਲੰਗਰ ਵਿੱਚ ਜਾ ਕੇ ਨਾਲ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰ, ਤੈਨੂੰ ਲੋੜ ਹੀ ਨਹੀਂ, ਤੈਨੂੰ ਉੱਥੇ ਹੀ ਮੁਕਤੀ ਮਿਲ ਜਾਣੀ। ਆਪ ਜੀ ਦੀ ਸੇਵਾ ਤੇ ਐਸੀ ਹੈ, ਕੋਈ ਜਲ ਛਕਾਵੇ ਤੇ ਉਹ ਵੀ ਮੁਕਤ ਹੋ ਜਾਂਦਾ ਹੈ, ਤੇ ਕੋਈ ਅੱਗ ਬਾਲ ਕੇ ਪ੍ਰਸ਼ਾਦਾ ਬਣਾਵੇ ਤੇ ਉਹ ਵੀ ਮੁਕਤ ਹੋ ਜਾਂਦਾ। ਭਾਵਨਾ ਨੂੰ ਲੱਗਦਾ ਭਾਗ, ਤੇ ਮਹਾਰਾਜ ਜੇ ਭਾਵਨਾ ਨੂੰ ਭਾਗ ਲੱਗਦੇ ਤੇ ਫਿਰ ਮੁਕਤੀ ਕਿਉਂ ਨਹੀਂ ਮਿਲਦੀ ਪਈ? ਇਹ ਰਿਛ ਕਿਵੇਂ ਬਣ ਸਕਦਾ? ਕੋਈ ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ। ਜੇ ਪ੍ਰਾਪਤ ਹੋਏ ਫਲ ਵਿਪਰੀਤ। ਮਹਾਰਾਜ ਜੇ ਸੇਵਾ ਕਰਕੇ ਫਲ ਉਲਟਾ ਹੀ ਮਿਲਣਾ। ਅਸੀਂ ਤੇ ਇਹ ਚਾਹੁੰਦੇ ਹਾਂ ਵੀ ਸੇਵਾ ਕਰਕੇ ਮਨੁੱਖਾ ਜਨਮ ਤੋਂ ਮੁਕਤੀ ਮਿਲੇ, ਤੇ ਜੇ ਸੇਵਾ ਕਰਕੇ ਮਨੁੱਖਾ ਜਨਮ ਤੋਂ ਬਾਅਦ ਵੀ ਜਾਨਵਰ ਹੀ ਬਣਨਾ, ਰਿਛ ਬਣਨਾ, ਬਾਂਦਰ ਬਣਨਾ, ਗਧਾ ਬਣ ਜਾਣਾ, ਤੇ ਫਿਰ ਸੇਵਾ ਕਰਨ ਦਾ ਲਾਭ ਕੀ ਹੋਇਆ, ਫਾਇਦਾ ਕੀ ਹੋਇਆ? ਇਹ ਸਵਾਲ ਹੈ ਮਨ ਦੇ ਵਿੱਚ, ਇਹ ਰੋਸ ਹੈ ਮੇਰੇ ਮਨ ਦੇ ਵਿੱਚ। ਸੇਵਾ ਤੁਮ ਕੋ ਡਰ ਚੇਤ। ਤੇ ਮਹਾਰਾਜ ਮੇਰਾ ਇਹ ਵਿਚਾਰ ਹੈ ਵੀ ਜੇ ਇਸ ਤਰ੍ਹਾਂ ਹੁੰਦਾ ਰਿਹਾ ਨਾ ਤੇ ਸੰਗਤ ਦੇ ਮਨ ਵਿੱਚ ਡਰ ਪੈਦਾ ਹੋ ਜਾਣਾ, ਤੇ ਡਰ ਪੈਦਾ ਹੋ ਗਿਆ ਫਿਰ ਤੁਹਾਡੀ ਸੇਵਾ ਕੌਣ ਕਰੇਗਾ? ਫਿਰ ਕੋਈ ਸੇਵਾ ਨਹੀਂ ਕਰੇਗਾ। ਡਰ ਜੇ ਪੈਦਾ ਹੋ ਗਿਆ, ਇਸ ਤਰ੍ਹਾਂ ਦੀ ਹਾਲਤ ਜਿਹੜੀ ਬਣ ਜਾਣੀ ਹੈ ਕਿ ਡਰ ਦੇ ਨਾਲ ਕੋਈ ਸੇਵਾ ਨਹੀਂ ਕਰੇਗਾ। ਸਿੱਖਨ ਗਨ ਕੇ ਆਸ਼ਰੇ ਅਹੋ। ਮਹਾਰਾਜ ਮੇਰੀ ਬੇਨਤੀ ਹੈ, ਮੈਂ ਤੇ ਇੱਕ ਆਮ ਸਿੱਖ ਹਾਂ, ਪਰ ਬੇਨਤੀ ਹੈ ਵੀ ਮਹਾਰਾਜ ਤੁਸੀਂ ਇਸ ਵੇਲੇ ਆਸਰਾ ਹੋ, ਸਾਰਿਆਂ ਨੂੰ ਤੁਹਾਡਾ ਹੀ ਆਸਰਾ, ਸਾਰੇ ਤੁਹਾਡੇ ਆਸਰੇ ਨੇ, ਤੁਹਾਡੇ ਕਹਿਣੇ ਵਿੱਚ ਨੇ, ਤੁਹਾਡੇ ਹੁਕਮ ਦੇ ਵਿੱਚ। ਤੇ ਮਹਾਰਾਜ ਜੇ ਆਪ ਦੀ ਆਸਰਾ ਹੋ ਤੇ ਹੁਣ ਆਪ ਜੀ ਦੱਸੋ ਹੀ ਨਾ ਵੀ ਇਹ ਕਾਰਨ ਕੀ ਬਣਿਆ, ਤੇ ਪਤਾ ਕਿਵੇਂ ਲੱਗੇਗਾ? ਗੁਰਮੁਖੋ ਵਿਚਾਰ ਇਹ ਹੈ ਵੀ ਸਿੱਖ ਦੇ ਬਚਨ ਭਾਵੇਂ ਰੋਸ ਨਾਲ ਹੀ ਕਹਿ ਰਿਹਾ ਵੀ ਮੈਂ ਗੁਰੂ ਘਰ ਤੋਂ ਇੰਨੇ ਚਿਰ ਤੋਂ ਸੇਵਾ ਕੀਤੀ, ਮੇਰੇ ਪਿਤਾ ਨੇ ਸਾਰੀ ਉਮਰ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਰਿਛ ਹੈ, ਭਾਵੇਂ ਕਿ ਮਹਾਰਾਜ ਨੇ ਗਲਤ ਨਹੀਂ ਕਿਹਾ, ਆਖਿਆ ਤੇ ਬਿਲਕੁਲ ਸਹੀ ਹੈ, ਪਰ ਸਿੱਖ ਦੇ ਮਨ ਦਾ ਰੋਸ ਵੀ ਆਪਣੀ ਜਗ੍ਹਾ ਤੇ ਜਾਇਜ਼ ਹੈ ਕਿ ਇਹ ਸੇਵਾ ਕਰਕੇ ਰਿਛ ਬਣ ਜਾਈਦਾ। ਮਹਾਰਾਜ ਇਹ ਸਵਾਲ ਦਾ ਜਵਾਬ ਤੇ ਤੁਸੀਂ ਦੇ ਸਕਦੇ ਹੋ ਵੀ ਇਹ ਰਿਛ ਬਣਿਆ ਤੇ ਕਿਉਂ ਬਣਿਆ, ਉਹਦਾ ਕਾਰਨ ਕੀ ਸੀ? ਤੇ ਜਾਂ ਫਿਰ ਇਹ ਗੱਲ ਕਹੋ ਵੀ ਸੇਵਾ ਕਰਕੇ ਮੁਕਤੀ ਨਹੀਂ ਮਿਲਦੀ, ਫਿਰ ਸੇਵਾ ਛੱਡ ਦਈਏ। ਇਹ ਮੇਰੇ ਮਨ ਦੇ ਸਵਾਲ ਨੇ, ਆਪ ਜੀ ਕਿਰਪਾ ਕਰਕੇ ਦੱਸਣਾ ਕੋ ਕਾਰਨ ਭਾ ਸ਼੍ਰੀ ਗੁਰ ਕਹੋ। ਮਹਾਰਾਜ ਉਹ ਕਿਹੜਾ ਕਾਰਨ ਹੈ, ਕੀ ਗੱਲ ਹੈ ਵੀ ਇਹ ਮੇਰੇ ਪਿਤਾ ਨੂੰ ਮੁਕਤੀ ਨਹੀਂ ਮਿਲੀ ਸੇਵਾ ਕਰਕੇ? ਉਹ ਜੋ ਵੀ ਕਾਰਨ ਆਪ ਜੀ ਕਿਰਪਾ ਕਰਕੇ ਦੱਸੋ। ਸਿੱਖ ਗੁਰਦਾਸ ਨਾਮ ਇਸਕੇਰ। ਮਹਾਰਾਜ ਉਸ ਵੇਲੇ ਜਦੋਂ ਇਹ ਬਚਨ ਹੋਇਆ ਨਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਸਵਾਲ ਦਾ ਜਵਾਬ ਦੇਣ ਲੱਗੇ। ਗੁਰਮੁਖੋ ਬੇਨਤੀ ਇਹ ਹੈ ਵੀ ਕਥਾ ਵਿਚਾਰ ਦੀ ਜਿਹੜੀ ਸਾਖੀ ਹੈ ਨਾ ਉਹ ਬੜੀ ਸੋਹਣੀ ਚੱਲਦੀ ਪਈ ਹੈ, ਬੜਾ ਡਾਢਾ ਜੀ ਕਰਦਾ ਵੀ ਇਸ ਨੂੰ ਧਿਆਨ ਨਾਲ ਸੁਣੀਏ, ਪਰ ਵਾਰ-ਵਾਰ ਧਿਆਨ ਜੁੜਦਾ ਨਹੀਂ ਪਿਆ, ਸਾਡਾ ਕਰਨ ਵਾਲਿਆਂ ਦਾ ਨਹੀਂ ਜੁੜਦਾ ਪਿਆ, ਵਾਰ-ਵਾਰ ਧਿਆਨ ਭਟਕਦਾ ਪਿਆ। ਬੜਾ ਅੱਜ ਸ਼ੋਰ ਦਰਬਾਰ ਦੇ ਵਿੱਚ ਪੈ ਰਿਹਾ ਹੈ। ਬੇਨਤੀ ਹੈ ਬੀਬੀਆਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ ਕੇਵਲ ਚੁੱਪ ਕਰਾਉਣ ਦਾ ਇਹ ਆਪ ਜੀ ਯਤਨ ਕਰੋ ਤਾਂ ਕਿ ਆਪਾਂ ਬੜੇ ਟਿਕਾ ਦੇ ਨਾਲ, ਬੜੇ ਪਿਆਰ ਦੇ ਨਾਲ ਇਹ ਕਥਾ ਦੀ ਦਾਤ ਨੂੰ ਪ੍ਰਾਪਤ ਕਰੀਏ। ਜਿੰਨਾ ਚਿਰ ਧਿਆਨ ਨਹੀਂ ਜੁੜੇਗਾ ਆਨੰਦ ਨਹੀਂ ਆਵੇਗਾ, ਤੇ ਧਿਆਨ ਜੋੜਨ ਵਾਸਤੇ ਆਪਾਂ ਨੂੰ ਟਿਕਾ ਜ਼ਰੂਰੀ ਹੈ, ਸ਼ਾਂਤੀ ਜ਼ਰੂਰੀ ਹੈ। ਬੱਚਿਆਂ ਨੂੰ ਜਿੱਥੇ ਲੈ ਕੇ ਆਪ ਜੀ ਆਉਂਦੇ ਬੜੀ ਚੰਗੀ ਗੱਲ ਹੈ, ਪਰ ਥੋੜ੍ਹਾ ਜਿਹਾ ਸ਼ਾਂਤੀ ਦਾ ਦਾਨ ਵੀ ਆਪਾਂ ਬਖਸ਼ਿਸ਼ ਕਰੀਏ, ਚੁੱਪ ਦਾ ਦਾਨ ਬਖਸ਼ਿਸ਼ ਕਰੀਏ। ਕਰਨ ਵਾਲਿਆਂ ਨੂੰ ਕਥਾ ਵੀ ਆਨੰਦ ਆਵੇ ਤੇ ਸੁਣਨ ਵਾਲਿਆਂ ਨੂੰ ਵੀ ਆਨੰਦ ਆਵੇ, ਤਾਂ ਕਿ ਰਸ ਬਣੇ ਮਹਾਰਾਜ ਦੇ ਇਸ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲੇ। ਸੋ ਮਨ ਤਾਂ ਨਹੀਂ ਟਿਕਦਾ ਜਦੋਂ ਸ਼ੋਰ ਸ਼ਰਾਬਾ ਹੁੰਦਾ, ਆਨੰਦ ਨਹੀਂ ਆਉਂਦਾ ਹੈ। ਆਪਾਂ ਆਨੰਦ ਲੈਣ ਵਾਸਤੇ ਆਉਂਦੇ ਹਾਂ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰੂ ਕੋਲੋਂ ਆਨੰਦ ਲੈਣ ਆਇਆ ਨਾ, ਆਨੰਦ ਨੂੰ ਜਾਣਨ ਵਾਸਤੇ, ਪਰ ਜੇ ਆਇਆ ਹੀ ਨਾ ਤੇ ਫਿਰ ਗੱਲ ਠੀਕ ਨਹੀਂ ਹੈ। ਇਸ ਕਰਕੇ ਇਹ ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਬੇਨਤੀ ਹੈ, ਗੁੱਸਾ ਕਰਨ ਵਾਲਾ ਬਚਨ ਨਹੀਂ ਹੈ।
ਕਿ ਆਪ ਸੰਗਤਾਂ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰੋ ਤਾਂ ਕਿ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰੀਏ, ਸਾਨੂੰ ਇਹਦੇ ਵਿੱਚੋਂ ਸਿੱਖਿਆ ਮਿਲੇ ਵੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਜਿਸ ਕਰਕੇ ਉਹਨੂੰ ਰਿਛ ਬਣਨਾ ਪਿਆ। ਉਹ ਕੋਈ ਕਮੀ ਹੋਵੇਗੀ, ਸੇਵਾ ਵਿੱਚ ਕੋਈ ਘਾਟਾ ਨਹੀਂ ਹੈ, ਸੇਵਾ ਵਿੱਚ ਹੈ ਲਾਭ, ਪਰ ਲਾਭ ਉਦੋਂ ਨਹੀਂ ਮਿਲਦਾ ਜਦੋਂ ਸਾਡੇ ਕੋਲੋਂ ਸੇਵਾ ਕਰਦਿਆਂ ਕਮੀ ਰਹਿ ਜਾਂਦੀ ਹੈ। ਜਿਹੜੀ ਕਮੀ ਉਹਦੇ ਕੋਲ ਰਹੀ ਹੈ ਸਾਡੇ ਕੋਲੋਂ ਨਾ ਰਵੇ। ਇਹ ਅਸੀਂ ਬਚਨ ਸਰਵਣ ਕਰਦੇ ਪਏ, ਇਹ ਸਾਖੀ ਤਾਂ ਅਸੀਂ ਸਰਵਣ ਕਰ ਰਹੇ ਹਾਂ ਕਿ ਸਿੱਖ ਨੇ ਸੇਵਾ ਕੀਤੀ ਹੈ ਔਰ ਸੇਵਾ ਕਰਕੇ ਕਿਹੜੀ ਭੁੱਲ ਹੋਈ ਜੋ ਇਸ ਤਰ੍ਹਾਂ ਉਸ ਨੂੰ ਇਹ ਸਰੀਰ ਮਿਲਿਆ ਹੈ। ਸਿੱਖ ਗੁਰਦਾਸ ਨਾਮ ਇਸਕੇਰ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ, ਕਹਿਣ ਲੱਗੇ ਭਾਈ ਸੰਗਤ, ਇਹ ਸਵਾਲ ਹੈ ਭਾਈ ਕੀਰਤੀਆ ਜੀ ਦਾ ਵੀ ਮੇਰੇ ਪਿਤਾ ਨੂੰ ਰਿਛ ਬਣਨ ਵਾਸਤੇ ਤੁਸੀਂ ਆਖਿਆ ਕਿਉਂ ਬਣਿਆ। ਐ ਗੁਰੂ ਕੀ ਸੰਗਤ ਸਾਰੇ ਜਾਣੇ ਸੁਣੋ, ਇਹ ਜਿਹੜਾ ਰਿਛ ਬਣਿਆ ਨਾ ਅੱਜ, ਇਹਦਾ ਨਾਮ ਸੀ, ਮਹਾਰਾਜ ਦੱਸਣ ਲੱਗੇ, ਗੁਰਦਾਸ। ਇਹਦਾ ਨਾਮ ਹੈ ਗੁਰਦਾਸ। ਪਿਛਲੇ ਜਨਮ ਦੇ ਵਿੱਚ ਇਸ ਨਾਮ ਨੂੰ ਪ੍ਰਾਪਤ ਹੋਇਆ ਹੈ। ਆਖੋ ਜਹ ਕਹਿ ਲਾਜ ਕਨੇਰ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਹਾਰਾਜ ਨੂੰ ਕਹਿੰਦਾ ਪਿਆ, ਕਹਿਣ ਲੱਗਾ ਮਹਾਰਾਜ ਆਪ ਜੀ ਤੇ ਲਾਜ ਰੱਖਦੇ ਹੋ ਨਾ, ਤੇ ਮੇਰੇ ਪਿਤਾ ਦਾ ਤੇ ਨਾਮ ਵੀ ਗੁਰਦਾਸ ਹੀ ਹੈ, ਵੀ ਗੁਰੂ ਦਾ ਦਾਸ। ਹੁਣ ਗੁਰੂ ਦਾ ਦਾਸ ਨਾਮ ਵੀ ਹੋਵੇ, ਉਹ ਸੇਵਾ ਵੀ ਕਰੇ, ਸੇਵਾ ਵੀ ਪ੍ਰਸ਼ਾਦ ਵਰਤਾਉਣ ਦੀ ਕਰੇ, ਤੇ ਗੁਰੂ ਤੇਗ ਬਹਾਦਰ ਦੇ ਦਰਬਾਰ ਦੀ ਸੇਵਾ ਕਰੇ, ਤੇ ਮਹਾਰਾਜ ਸੇਵਾ ਕਰਕੇ ਰਿਛ ਬਣੇ, ਇਹ ਗੱਲ ਸਮਝ ਵਿੱਚ ਨਹੀਂ ਹੈ। ਜਾਂ ਤੇ ਕਰਨਾ ਕਰੋ ਸੁਨਾਵੋ। ਮਹਾਰਾਜ ਰੱਖੋ ਜੈ ਕਹਿ ਲਾਜ ਕਨੇਰ। ਮੈਂ ਤੇ ਆਪਣੇ ਪਿਤਾ ਤੋਂ ਇਹ ਸੁਣਿਆ ਸੀ, ਸੰਗਤ ਵਿੱਚੋਂ ਵੀ ਇਹ ਬਚਨ ਸੁਣਿਆ ਕਿ ਗੁਰੂ ਲੋਕ ਤੇ ਪਰਲੋਕ ਦੇ ਵਿੱਚ ਲਾਜ ਰੱਖਦਾ, ਇੱਥੇ ਵੀ ਲਾਜ ਰੱਖਦੇ ਤੇ ਪਰਲੋਕ ਵਿੱਚ ਵੀ ਰੱਖਦੇ। ਤੇ ਮਹਾਰਾਜ ਜੇ ਲੋਕ ਪਰਲੋਕ ਦੀ ਲਾਜ ਰੱਖਦੇ ਹੋ, ਫਿਰ ਮੇਰੇ ਪਿਤਾ ਨੂੰ ਇਹ ਜਨਮ ਵਿੱਚ ਕਿਉਂ ਆਪ ਜੀ ਨੇ ਪਾਇਆ ਹੈ। ਜਾਂ ਤੇ ਕਰਨਾ ਕਰੋ ਸੁਨਾਵੋ। ਮਹਾਰਾਜ ਕਿਰਪਾ ਕਰਕੇ ਸੁਣਾਓ, ਫਿਰ ਇਹ ਦੱਸੋ ਵੀ ਕਮੀ ਕਿੱਥੇ ਰਹੀ ਹੈ, ਇਹ ਮੇਰੇ ਪਿਤਾ ਨੂੰ ਰਿਛ ਕਿਉਂ ਬੰਨਣਾ ਪੈ ਗਿਆ। ਪੁਨः ਜੂਨ ਦੁੱਖ ਤੇ ਛੁਟਵਾਵੋ। ਸਤਿਗੁਰੂ ਪਾਤਸ਼ਾਹ ਮੇਰੀਆਂ ਬੇਨਤੀਆਂ ਨੇ ਦੋ। ਪਹਿਲੀ ਬੇਨਤੀ ਇਹ ਹੈ ਵੀ ਮੇਰੇ ਪਿਤਾ ਨੂੰ ਰਿਛ ਦੀ ਦੇਹ ਮਿਲੀ ਤੇ ਕਿਉਂ ਮਿਲੀ ਹੈ, ਉਹਦਾ ਕਾਰਨ ਕੀ ਸੀ, ਉਹਦੀ ਗਲਤੀ ਕੀ ਹੈ, ਕਿਹੜਾ ਇਹੋ ਜਿਹਾ ਗੁਨਾਹ ਕੀਤਾ ਵੀ ਜਾਨਵਰ ਬਣਿਆ। ਪਹਿਲਾ ਤੇ ਮੇਰਾ ਇਹ ਸਵਾਲ ਹੈ। ਦੂਜੀ ਮੇਰੀ ਬੇਨਤੀ ਇਹ ਹੈ ਵੀ ਜੇ ਇਹ ਰਿਛ ਬਣ ਗਿਆ ਤੇ ਮਹਾਰਾਜ ਛਡਾਉਣਾ ਵੀ ਤੇ ਤੁਸੀਂ ਹੈ ਨਾ, ਮੁਕਤ ਵੀ ਤੇ ਤੁਸੀਂ ਕਰਨਾ ਨਾ, ਮਾਫੀ ਤੇ ਤੁਸੀਂ ਦਿਵਾਉਣੀ ਹੈ। ਕਿਰਪਾ ਕਰਕੇ ਰਿਛ ਦੀ ਜੂਨੀ ਵਿੱਚੋਂ ਬਾਹਰ ਕੱਢ ਕੇ ਤੇ ਮੁਕਤ ਕਰ ਦਿਓ। ਇਹ ਪੁੱਤਰ ਨੇ ਤਰਲਾ ਕੀਤਾ, ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਆਸ਼ਾ ਸਭ ਸਿੱਖਣ ਕੋ ਔਰ ਨਾ। ਸਤਿਗੁਰੂ ਪਾਤਸ਼ਾਹ ਜੀ ਮੇਰੀ ਬੇਨਤੀ ਹੈ, ਪਰ ਜਿੰਨੀ ਸੰਗਤ ਖਲੋਤੀ ਬੈਠੀ ਹੈ ਨਾ, ਸਾਰਿਆਂ ਦਾ ਇਹੋ ਹੀ ਵਿਚਾਰ ਹੈ, ਇਹੋ ਹੀ ਬੇਨਤੀ ਹੈ ਵੀ ਆਪ ਜੀ ਕਿਰਪਾ ਕਰਕੇ ਕਰੋ ਕਿਰਪਾ। ਕੰਗਨ ਸ਼ਰੇ ਪਾਏ ਕਿਤ ਠੌਰ ਨਾ। ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਬਿਨਾ ਕਿਤੇੋਂ ਮੁਕਤੀ ਨਹੀਂ ਮਿਲਦੀ, ਇਹ ਮੈਨੂੰ ਵੀ ਪਤਾ ਹੈ, ਸੰਗਤ ਨੂੰ ਪਤਾ ਹੈ ਵੀ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਗੁਰੂ ਬਿਨਾ ਮੁਕਤੀ ਨਹੀਂ ਮਿਲਦੀ, ਇਹ ਮੈਨੂੰ ਪਤਾ, ਸੰਗਤ ਨੂੰ ਪਤਾ। ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤੇ ਰਿਛ ਦੀ ਜੂਨੀ ਵਿੱਚੋਂ ਮੁਕਤ ਵੀ ਕਰ ਸਕਦੇ ਹੋ। ਆਪ ਜੀ ਕਿਰਪਾ ਕਰਕੇ ਦੱਸੋ ਵੀ ਇਹਨੂੰ ਰਿਛ ਦੀ ਦੇਹੀ ਕਿਉਂ ਮਿਲੀ ਹੈ। ਸ਼੍ਰੀ ਸਤਿਗੁਰ ਤਬ ਸਰਬ ਸੁਨਾਏ। ਉਸ ਵੇਲੇ ਸਤਿਗੁਰਾਂ ਨੇ ਆਖਿਆ ਭਾਈ ਕੀਰਤੀਆ ਗੁੱਸਾ ਨਾ ਕਰ, ਰੋਸ ਨਾ ਕਰ। ਗੁਰੂ ਘਰ ਦੇ ਵਿੱਚ ਜਾਂ ਪਰਮੇਸ਼ਰ ਦੀ ਬਣਾਈ ਬਣਤ ਵਿੱਚ ਕਿਸੇ ਨਾਲ ਵਲਛਲ ਨਹੀਂ ਹੁੰਦਾ, ਕਿਸੇ ਦੇ ਨਾਲ ਕੋਈ ਬੇਈਮਾਨੀ ਜਾਂ ਧੱਕਾ ਨਹੀਂ ਹੁੰਦਾ। ਪਰਮਾਤਮਾ ਹਰੇਕ ਨੂੰ ਕੀਤੇ ਦੀ ਸਜ਼ਾ ਵੀ ਦਿੰਦਾ, ਹਰੇਕ ਨੂੰ ਕੀਤੇ ਦਾ ਫਲ ਵੀ ਦਿੰਦਾ। ਜੇ ਚੰਗਾ ਕਰਮ ਕੀਤਾ ਚੰਗਾ ਫਲ ਬਿਨਾਂ ਮੰਗਿਆ ਮਿਲੇਗਾ, ਮਾੜਾ ਕਰਮ ਕੀਤਾ ਤੇ ਭਾਵੇਂ ਮਾੜਾ ਫਲ ਤੂੰ ਨਹੀਂ ਮੰਗਦਾ ਪਿਆ ਉਹ ਵੀ ਤੈਨੂੰ ਬਿਨਾਂ ਮੰਗਿਆ ਮਿਲੇਗਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜੇ ਅਸੀਂ ਇੱਕ ਪੱਤਾ ਵੀ ਚੁੱਕ ਕੇ ਇੱਥੋਂ ਬਾਹਰ ਸੁੱਟ ਦਿੱਤਾ ਨਾ, ਉਹ ਵੀ ਸਾਡਾ ਕਰਮ, ਉਹ ਸਾਨੂੰ ਫਲ ਦੇਵੇਗਾ। ਤੇ ਜੇ ਪੱਤਾ ਬਾਹਰੋਂ ਲਿਆ ਕੇ ਇੱਥੇ ਸੁੱਟ ਦਿੱਤਾ ਤੇ ਉਹ ਵੀ ਸਾਡਾ ਕਰਮ ਹੈ, ਫਲ ਸਾਨੂੰ ਉਹ ਵੀ ਦੇਵੇਗਾ। ਚੰਗਾ ਕਰਮ ਕਰ ਭਾਵੇਂ ਮਾੜਾ ਕਰਮ ਕਰ, ਫਲ ਦੋਵੇਂ ਹੀ ਦੇ ਕੇ ਜਾਣਗੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਇਹ ਗੱਲ ਆਖਦਾ ਵੀ ਤੇਰੇ ਪਿਤਾ ਨੇ ਸੇਵਾ ਕੀਤੀ ਤੇ ਰਿਛ ਕਿਉਂ ਬਣਿਆ, ਕਹਿਣ ਲੱਗੇ ਲੈ ਫਿਰ ਤੈਨੂੰ ਇਹ ਦੱਸ ਦਿੰਦੇ ਆ ਵੀ ਰਿਛ ਕਿਉਂ ਬਣਿਆ ਹੈ। ਤੇਰੇ ਪਿਤਾ ਇਮਜੂਨੀ ਪਾਏ। ਤੇਰੇ ਪਿਤਾ ਨੂੰ ਰਿਛ ਦੀ ਦੇਹੀ ਤਾਂ ਮਿਲੀ ਹੈ, ਉਹਦਾ ਇੱਕ ਕਾਰਨ ਹੈ, ਉਹ ਕਾਰਨ ਤੈਨੂੰ ਦੱਸ ਦਿੰਦੇ ਹਾਂ। ਪੰਚਾਮ੍ਰਿਤ ਆਇਓ ਗੁਰ ਪਾਸਾ। ਕੀ ਗੱਲ ਹੋਈ, ਕਹਿਣ ਲੱਗੇ ਕਿ ਜਦੋਂ ਗੁਰੂ ਮਹਾਰਾਜ ਦਾ ਦੀਵਾਨ ਸਜਿਆ ਨਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ, ਤੇ ਦੀਵਾਨ ਦੀ ਸਮਾਪਤੀ ਹੋਣ ਲੱਗੀ ਤੇ ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦ ਬਣਾ ਕੇ ਮਹਾਰਾਜ ਦੇ ਦਰਬਾਰ ਵਿੱਚ ਸੰਗਤ ਨੇ ਭੇਟ ਕੀਤਾ। ਨਾਲ ਅਰਦਾਸ ਹੋਈ ਵੀ ਮਹਾਰਾਜ ਆ ਕੜਾਹ ਪ੍ਰਸ਼ਾਦ ਆਪ ਜੀ ਨੂੰ ਭੋਗ ਲੱਗੇ।
ਪ੍ਰਵਾਨ ਹੋਵੇ ਤੇ ਸੰਗਤਾਂ ਵਿੱਚ ਵਰਤੇ। ਕਹਿਣ ਲੱਗੇ ਉਸ ਵੇਲੇ ਬਹੁਤਾ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਦਰਬਾਰ ਵਿੱਚ ਪਹੁੰਚਿਆ ਹੈ। ਪਿਤਾ ਨੇ ਕਰਕੇ ਅਰਦਾਸਾ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਪਹੁੰਚੀ ਤੇ ਤੇਰੇ ਪਿਤਾ ਦਾ ਕੰਮ ਸੀ ਅਰਦਾਸ ਕਰਨਾ, ਭੋਗ ਲਾ ਕੇ ਤੇ ਦੇਗ ਵਰਤਾਉਣੀ। ਜਦੋਂ ਵੇਖਿਆ ਵੀ ਪ੍ਰਸ਼ਾਦ ਆ ਗਿਆ, ਤੇਰੇ ਪਿਤਾ ਨੇ ਕੀਤੀ ਅਰਦਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਕਰਕੇ ਅਰਦਾਸ ਤੇਰੇ ਪਿਤਾ ਨੇ, ਜਿਹਦਾ ਨਾਮ ਹੈ ਗੁਰਦਾਸ ਭਾਈ ਕੀਰਤੀਆ। ਫਿਰ ਉਸ ਵੇਲੇ ਵਰਤਾਵਨ ਲਗ ਸੰਗਤ ਮਾਹੀ। ਕਹਿਣ ਲੱਗੇ ਵੀ ਭੋਗ ਲੱਗ ਗਿਆ ਤੇ ਭੋਗ ਤੋਂ ਬਾਅਦ ਵਿੱਚ ਆਪਾਂ ਪ੍ਰਸ਼ਾਦ ਸੰਗਤ ਨੂੰ ਵਰਤਾਉਂਦੇ ਆ। ਤੇਰੇ ਪਿਤਾ ਨੇ ਇਹ ਗੱਲ ਸਮਝਿਆ ਵੀ ਮੇਰੀ ਇਹ ਡਿਊਟੀ ਹੈ, ਮੇਰੀ ਇਹ ਸੇਵਾ ਵੀ ਪ੍ਰਸ਼ਾਦ ਵਰਤਾਉਣਾ ਹੈ। ਉਹਨੇ ਪ੍ਰਸ਼ਾਦ ਦਾ ਵੱਡਾ ਡੂਣਾ ਹੱਥ ਵਿੱਚ ਫੜਿਆ ਤੇ ਸਾਰੀ ਸੰਗਤ ਵਿੱਚ ਇੱਕ ਪਾਸਿਓਂ ਲੱਗ ਪਿਆ ਪ੍ਰਸ਼ਾਦ ਵਰਤਾਉਣ ਵਾਸਤੇ। ਸਾਰੀ ਸੰਗਤ ਨੂੰ ਪ੍ਰਸ਼ਾਦ ਵਰਤਾਉਂਦਾ ਪਿਆ, ਸਾਰੀ ਸੰਗਤ ਉਸ ਪ੍ਰਸ਼ਾਦ ਨੂੰ ਪ੍ਰਾਪਤ ਕਰ ਰਹੀ ਹੈ। ਸਨੇ ਸਨੇ ਦੇਤੇ ਸਪਾਹੀ। ਪਰ ਹੁਣ ਪ੍ਰਸ਼ਾਦ ਵਰਤਾਉਣ ਲੱਗਿਆਂ ਟਾਈਮ ਤੇ ਲੱਗੇਗਾ ਇਹਨਾਂ ਵੀ ਇੱਕ ਦੇ ਬੁੱਕ ਵਿੱਚ ਪ੍ਰਸ਼ਾਦ ਪਾਇਆ, ਫਿਰ ਦੂਜੇ ਦੇ ਹੌਲੀ ਹੌਲੀ ਉਹ ਵਰਤਾਉਂਦਾ ਪਿਆ, ਸੰਗਤ ਵਿੱਚ ਦੀਵਾਨ ਦੇ ਵਿੱਚ ਪ੍ਰਸ਼ਾਦ ਵਰਤਾਉਂਦਾ ਪਿਆ ਹੈ। ਗੁਰ ਲਾਦੇ ਗਾਡੇ ਮੈਂ ਕੋਈ। ਕਹਿਣ ਲੱਗੇ ਵੀ ਇੰਨੇ ਚਿਰ ਨੂੰ ਇੱਕ ਸਿੱਖ ਨਾ ਰਾਹ ਚੋਂ ਲੰਘਦਾ ਪਿਆ ਸੀ, ਕੋਈ ਰਾਹੀ ਜਾਂਦਾ ਪਿਆ ਤੇ ਉਹਨੇ ਆਪਣੇ ਗੱਡੇ ਦੇ ਉੱਪਰ ਗੁੜ ਲੱਦਿਆ ਹੋਇਆ। ਉਹ ਇੱਕ ਸ਼ਹਿਰ ਤੋਂ ਗੁੜ ਲੱਦ ਕੇ ਤੇ ਦੂਜੇ ਸ਼ਹਿਰ ਲੈ ਕੇ ਚੱਲਿਆ। ਉਹਦੇ ਮਨ ਵਿੱਚ ਵਿਚਾਰ ਆਈ, ਸਾਹਮਣੇ ਉਹਨੇ ਵੇਖ ਲਿਆ ਵੀ ਮਹਾਰਾਜ ਦਾ ਦੀਵਾਨ ਸਜਿਆ ਤੇ ਸਿੱਖ ਸੀ ਭਾਵਨਾ ਵਾਲਾ। ਉਹਨੇ ਆਪਣੇ ਗੱਡੇ ਦੇ ਵਿੱਚੋਂ ਇੱਕ ਗੁੜ ਦੀ ਪੇਸੀ ਜਿਹੜੀ ਨਾ ਗੁੜ ਦੀ ਢੇਲੀ ਉਤਾਰੀ, ਆਪਣੇ ਹੱਥਾਂ ਵਿੱਚ ਉਹ ਸਿੱਖ ਨੇ ਲਈ, ਲਿਆ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਰੱਖ ਕੇ ਉਹਨੇ ਮੱਥਾ ਟੇਕਿਆ, ਨਾਲ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ ਆ ਮੇਰੀ ਭੇਟ ਆਪ ਜੀ ਸਵੀਕਾਰ ਕਰੋ, ਆ ਮੇਰੇ ਵੱਲੋਂ ਪਦਾਰਥ ਮਿੱਠਾ ਗੁੜ ਆਇਆ, ਆਪ ਜੀ ਅੰਗੀਕਾਰ ਕਰੋ। ਕਹਿਣ ਲੱਗੇ ਉਹ ਸਿੱਖ ਵਿਚਾਰਾ ਕੋਈ ਰਸਤੇ ਤੇ ਜਾ ਰਿਹਾ, ਆਪਣਾ ਗੱਡਾ ਲੈ ਕੇ ਗੁੜ ਭਰ ਕੇ ਉਹਨੇ ਗੁੜ ਦੀ ਇੱਕ ਭੇਲੀ ਲਿਆ ਕੇ ਮਹਾਰਾਜ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਹੈ। ਤਹ ਮਾਰਗ ਆਇਓ ਚੱਲ ਸੋਏ। ਚੱਲਦਾ ਹੋਇਆ ਰਸਤੇ ਦੇ ਵਿੱਚ ਉਹ ਸਿੱਖ ਗੁੜ ਲੈ ਕੇ ਮਹਾਰਾਜ ਦੇ ਦਰਬਾਰ ਹਜ਼ੂਰੀ ਵਿੱਚ ਹਾਜ਼ਰ ਹੋ ਗਿਆ। ਗੁਰ ਉਤਰੇ ਸੁਣ ਕੇ ਸਿੱਖ ਕਾਨ। ਸਿੱਖ ਨੂੰ ਪਤਾ ਲੱਗਾ ਕਿਸੇ ਦੇ ਕੋਲੋਂ ਵੀ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦੀਵਾਨ ਸਜਿਆ ਤੇ ਉਹ ਸਿੱਖ ਗੁਰੂ ਘਰ ਦਾ ਪ੍ਰੇਮੀ ਸੀ। ਉਹਨੇ ਆਖਿਆ ਵੀ ਰਸਤੇ 'ਚੋਂ ਲੰਘਣਾ ਜ਼ਰੂਰ ਹੈ, ਮਹਾਰਾਜ ਨੂੰ ਨਮਸਕਾਰ ਕਰ ਚੱਲਾਂ, ਨਾਲੇ ਗੁੜ ਦੀ ਭੇਟਾ ਮਹਾਰਾਜ ਨੂੰ ਦੇਵਾਂ। ਇਹ ਭਾਵਨਾ ਲੈ ਕੇ ਉਹ ਪਹੁੰਚਾ ਹੈ। ਇੱਕ ਢੇਲੀ ਲੈ ਕਰਨ ਜਪਾਨ। ਕਹਿਣ ਲੱਗੇ ਵੀ ਇੱਕ ਢੇਲੀ ਉਹਨੇ ਗੁੜ ਦੀ ਚੱਕ ਲਈ ਆਪਣੇ ਗੱਡੇ ਵਿੱਚੋਂ ਤੇ ਆਪਣੇ ਹੱਥਾਂ ਵਿੱਚ ਉਸ ਵੇਲੇ ਫੜ ਕੇ ਧਰ ਅੱਗੇ ਦਰਸ਼ਨ ਗੁਰ ਕਰਿਓ। ਸਤਿਗੁਰਾਂ ਦੇ ਅੱਗੇ ਰੱਖੀ ਵੀ ਮਹਾਰਾਜ ਆ ਮੇਰੀ ਭੇਟਾ ਇੱਕ ਗੁੜ ਦੀ ਢੇਲੀ ਜਿਹੜੀ ਹੈ ਨਾ ਪੇਸੀ ਇੱਕ, ਇਹ ਆਪ ਜੀ ਅੰਗੀਕਾਰ ਕਰੋ ਤੇ ਆਪ ਜੀ ਮੇਰੀ ਭੇਟਾ ਨੂੰ ਸਵੀਕਾਰ ਕਰਨਾ ਕਰੋ। ਨਮੋ ਕਰਤ ਅਵਨੀ ਸਿਰ ਧਰਿਓ। ਤੇ ਨਾਲ ਹੀ ਸਿੱਖ ਨੇ ਮੱਥਾ ਟੇਕਿਆ। ਹੁਣ ਕਾਰਨ ਇਹ ਹੈ ਵੀ ਸਿੱਖ ਦਾ ਗੱਡਾ ਤੁਰਿਆ ਰਸਤੇ ਤੇ ਜਾ ਰਿਹਾ, ਬਲਦ ਤੇ ਤੁਰੇ ਜਾ ਰਿਹਾ ਨਾ ਗੱਡਾ ਲੈ ਕੇ। ਉਹਦੇ ਮਨ ਵਿੱਚ ਛੇਤੀ ਸੀ ਵੀ ਮੇਰੇ ਬਲਦ ਕਿਤੇ ਬਹੁਤਾ ਦੂਰ ਨਾ ਚਲੇ ਜਾਣ, ਜਾਂ ਕੋਈ ਹੋਰ ਕੋਈ ਚੋਰੋ ਚੱਕਾ ਵਿੱਚੋਂ ਕੋਈ ਗੁੜ ਲਾ ਕੇ ਨਾ ਲੈ ਜਾਵੇ, ਮੈਂ ਮੱਥਾ ਟੇਕਦਾ ਰਹਿ ਜਾਵਾਂ, ਮੇਰਾ ਨੁਕਸਾਨ ਨਾ ਹੋਵੇ। ਉਹਦੀ ਮਨ ਵਿੱਚ ਇਹ ਵਿਚਾਰ ਸੀ ਵੀ ਛੇਤੀ ਕਰਾਂ, ਮੱਥਾ ਟੇਕਾਂ ਤੇ ਪ੍ਰਸ਼ਾਦ ਲਵਾਂ ਤੇ ਦੌੜ ਕੇ ਆਪਣੇ ਗੱਡੇ ਕੋਲ ਪਹੁੰਚ ਜਾਵਾਂ। ਇਸ ਕਰਕੇ ਉਹਦੇ ਮਨ ਵਿੱਚ ਛੇਤੀ ਹੈ, ਕਾਹਲੀ ਹੈ। ਉਹਨੇ ਲਿਆ ਕੇ ਗੁੜ ਰੱਖਿਆ, ਮੱਥਾ ਟੇਕਿਆ, ਬੇਨਤੀ ਕੀਤੀ ਮਹਾਰਾਜ ਅੰਗੀਕਾਰ ਕਰੋ ਮੇਰੀ ਭੇਟ। ਜਦੋਂ ਪਿੱਛੇ ਮੁੜ ਕੇ ਵੇਖਿਆ ਗੱਡਾ ਚਲੇ ਗਿਆ ਦੂਰ। ਦੂਰ ਜਾਂਦਾ ਗੱਡਾ ਵੇਖ ਕੇ ਹੁਣ ਉਹਦੇ ਮਨ ਵਿੱਚ ਇਹ ਵੀ ਵਿਚਾਰ ਹੈ ਵੀ ਪ੍ਰਸ਼ਾਦ ਵੀ ਲੈਣਾ, ਤੇ ਪ੍ਰਸ਼ਾਦ ਤੇ ਤਾਂ ਹੀ ਮਿਲੇਗਾ ਨਾ ਜੇ ਨੰਬਰ ਸਿਰ ਵਾਰੀ ਆਏਗੀ। ਜੇ ਪ੍ਰਸ਼ਾਦ ਨਹੀਂ ਲੈਂਦਾ ਤੇ ਮਨ ਦੀ ਤਮੰਨਾ ਉੱਥੇ ਰਹਿ ਜਾਣੀ ਹੈ। ਪ੍ਰਸ਼ਾਦ ਲੈਂਦਾ ਤੇ ਗੱਡਾ ਅੱਗੇ ਨਿਕਲ ਜਾਣਾ। ਇਹ ਸਿੱਖ ਦੁਚਿੱਤੀ ਵਿੱਚ ਪੈ ਗਿਆ ਉਸ ਵੇਲੇ। ਇਹ ਕਿਵੇਂ ਮਹਾਰਾਜ ਨੂੰ ਬੇਨਤੀ ਕਰਦਾ ਤੇ ਇਹ ਕਿਵੇਂ ਬਚਨ ਬਲਾਸ ਹੋਣਗੇ, ਕਿਵੇਂ ਦੱਸਦੇ ਮਹਾਰਾਜ ਵੀ ਰਿਛ ਕਿਉਂ ਬਣਿਆ। ਉਹ ਸਿੱਖ ਦੇ ਮੂੰਹੋਂ ਕਿਹੜੇ ਬਚਨ ਨਿਕਲੇ ਜਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੀ ਆਖਿਆ, ਇਹ ਬਚਨ ਆਪਾਂ ਅਗਲੇ ਦੀਵਾਨ ਵਿੱਚ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨ ਛੂਟੀਐ। ਬਖਸ਼ਣ